ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਮਨਦੀਪ ਸਿੰਘ ਟੋਟਾ ਤੇ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫੇਰ ਸਾਡੀ ਖਾਸ ਪੇਸ਼ਕਸ਼ ਵਿੱਚ ਅਸੀਂ ਕਰਦੇ ਹਾਂ ਖਾਸ ਖਬਰਾਂ ਤੇ ਚਰਚਾ। ਤੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਸਹਿਯੋਗੀ ਜਸਵੀਰ ਜੀ। ਜਸਵੀਰ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। बहुत बहुत शुक्रिया मनदीप जी और टीवी पंजाब देखने वाले तमाम व्यूवर्स ਨੂੰ सत श्री अकाल आदाब नमस्कार। ਜੀ ਅੱਛਾ ਸੁਵੀਰ ਜੀ, ਇੱਕ ਗੱਲ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੇ ਨਵੇਂ ਖੇਤੀ ਕਾਨੂੰਨ ਬਣੇ ਇਹਨਾਂ ਨੂੰ ਲੈ ਕੇ ਭਾਜਪਾ ਦੇ ਖਿਲਾਫ ਕਿੰਨਾ ਗੁੱਸਾ ਆਇਆ, ਔਰ ਇਹਨੂੰ ਬੜੇ ਸ਼ਾਂਤਮਈ ਤਰੀਕੇ ਨਾਲ ਕਿਸਾਨਾਂ ਨੇ ਪ੍ਰਗਟ ਵੀ ਕੀਤਾ, ਜਿਵੇਂ ਕਿ ਘਰ ਘੇਰੇ ਆ, ਚਾਹੇ ਚਾਹੇ ਧਰਨੇ ਲਾਏ ਆ, ਜਿੱਦਾਂ ਵੀ ਆ। ਪਰ ਕੱਲ ਇੱਕ ਘਟਨਾ ਵਾਪਰੀ ਜਿਸ ਚ ਪੰਜਾਬ ਭਾਜਪਾ ਦੇ ਪ੍ਰਧਾਨ ਦੀ ਕਾਰ ਉੱਤੇ ਹਮਲਾ ਹੁੰਦਾ ਹੈ। ਇਸ ਘਟਨਾ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾ ਸਕਦਾ? ਮਨਦੀਪ ਜੀ ਬਹੁਤ ਇਹ ਹੈਰਾਨੀ ਕੁੰਨ ਆ ਕਿਉਂਕਿ ਲਗਾਤਾਰ ਕਿਸਾਨ ਅੰਦੋਲਨ ਚੱਲ ਰਿਹਾ ਹੈ। ਅੱਜ ਤੱਕ ਇਹ ਅੰਦੋਲਨ ਜਿਹੜਾ ਸ਼ਾਂਤਮਈ ਤਰੀਕੇ ਨਾਲ ਰਿਹਾ, ਕਿਸੇ ਤੇ ਕੋਈ ਹਮਲਾ, ਕਿਸੇ ਨਾਲ ਕੋਈ ਧੱਕਾ ਮੁੱਕੀ, ਨਾਅਰੇਬਾਜ਼ੀਆਂ ਜੰਮ ਕੇ ਹੋਈਆਂ ਨੇ, ਖੂਬ ਜੀ ਨਾਅਰੇਬਾਜ਼ੀ ਹੋਈਆਂ ਨੇ। ਜਿਹੜੇ ਭਾਜਪਾ ਲੀਡਰ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਗਏ ਉਹਨਾਂ ਨੂੰ ਉਠਾਲਿਆ ਵੀ ਗਿਆ ਉਹਨਾਂ ਧਰਨਿਆਂ ਦੇ ਵਿੱਚੋਂ। ਹੁਣ ਵਿਜੇ ਸਾਂਪਲਾ ਹੋਰੀ ਫਰੂਟੀਆਂ ਵੰਡਣ ਗਏ ਹੀ ਸੀ ਨਾ, ਕਿ ਉਦਾਂ ਹੀ ਜੀ ਫਰੂਟੀਆਂ ਉਹਨਾਂ ਨੂੰ ਬੰਦ ਦੀਆਂ ਬੰਦ ਵਾਪਸ ਦੇ ਕੇ ਤੋੜ ਦਿੱਤਾ ਗਿਆ ਸੀਗਾ। ਸੋ ਇਸੇ ਤਰੀਕੇ ਨਾਲ ਤਰੁਣ ਚੁੱਘ ਇੱਕ ਵਾਰੀ ਕਿਸਾਨਾਂ ਦੇ ਧਰਨੇ ਦੇ ਵਿੱਚ ਗਏ ਸੀ ਤੇ ਉੱਥੋਂ ਵੀ ਉਹਨਾਂ ਨੂੰ ਹੱਥ ਜੋੜ ਕੇ ਉੱਠਣਾ ਪਿਆ ਸੀ। ਇਹ ਸਾਰਾ ਕੁਝ ਹੋਇਆ ਜਦੋਂ ਭਾਜਪਾ ਦੇ ਲੀਡਰ ਜਾਂਦੇ ਆ। ਕਿਸਾਨ ਆਗੂ ਨਹੀਂ ਪਸੰਦ ਕਰਦੇ ਉਹਨਾਂ ਦਾ ਆਪਣੇ ਦੇ ਵਿੱਚ ਬੈਠਣਾ ਜਾਂ ਉੱਥੇ ਆਣ ਕੇ ਸਿਆਸਤ ਕਰਨਾ ਉਹਨਾਂ ਨੂੰ ਪਸੰਦ ਨਹੀਂ। ਕੱਲਾ ਭਾਜਪਾ ਕਿਉਂ, ਜੇ ਕੋਈ ਕਾਂਗਰਸ ਦਾ ਲੀਡਰ ਜਾਂਦਾ ਹੈ, ਜੇ ਕਿਸੇ ਹੋਰ ਪਾਰਟੀ ਦਾ ਲੀਡਰ ਜਾਂਦਾ, ਆਪਾਂ ਪਿਛਲੇ ਦਿਨਾਂ 'ਚ ਚਰਚਾ ਕੀਤੀ ਸੀ ਕਿ ਬੀਬੀ ਜਿਹੜੀ ਹੈ ਮਾਣੂਕੇ, ਬੀਬੀ ਜਿਹੜੀ ਆਮ ਆਦਮੀ ਪਾਰਟੀ ਦੀ ਵਿਧਾਇਕ ਆ ਸਰਬਜੀਤ ਕੌਰ ਜੀ ਮਾਣੂਕੇ, ਉਹ ਜਦੋਂ ਗਈ ਸੀਗੀ ਕਿਸਾਨਾਂ ਦੇ ਧਰਨੇ 'ਚ ਉਹਨਾਂ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਗਈਆਂ ਸੀ। ਕਾਂਗਰਸੀ ਗਏ ਸੀ ਧਰਨੇ 'ਚ, ਉਹਨਾਂ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਗਈਆਂ ਸੀਗੀਆਂ। ਸੋ ਬਖਸ਼ਿਆ ਕਿਸੇ ਨੂੰ ਨਹੀਂ ਜਾਂਦਾ। ਜਲੰਧਰ ਦੇ ਵਿੱਚ ਸਰਬਜੀਤ ਮੱਕੜ ਗਿਆ ਸੀ ਕਿਸਾਨਾਂ ਦੇ ਧਰਨੇ ਦੇ ਵਿੱਚ, ਉਹਨਾਂ ਨੂੰ ਵੀ ਉੱਥੋਂ ਬੇਰੰਗ ਵਾਪਸ ਕਰ ਦਿੱਤਾ ਗਿਆ ਸੀ। ਭਾਜਪਾ ਦੀ ਸਮੱਸਿਆ ਇੱਕ ਇਹ ਵੀ ਹੈ, ਭਾਜਪਾ ਨੂੰ ਲੱਗਦਾ ਕਿ ਸਾਡੇ ਨਾਲੋਂ ਸਿਆਣਾ ਤੇ ਇਸ ਭਾਰਤ ਦੇ ਵਿੱਚ ਜੰਮਿਆ ਹੀ ਕੋਈ ਨਹੀਂ ਆ। ਜਿੰਨੀ ਅਕਲ ਸਾਨੂੰ ਆ, ਜਿੱਦਾਂ ਅਸੀਂ ਮੈਨੇਜ ਕਰ ਸਕਦੇ ਹਾਂ ਹਰ ਚੀਜ਼ ਨੂੰ, ਕੋਈ ਮੈਨੇਜ ਨਹੀਂ ਕਰ ਸਕਦਾ। ਸ਼ਾਇਦ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਜਿਹੜੀਆਂ ਉਹ ਦਿੱਕਤ ਕਰਦੀਆਂ ਪਈਆਂ ਨੇ। ਪਰ ਜਿਹੜਾ ਕੱਲ ਹਮਲਾ ਹੋਇਆ ਆ, ਹੁਣ ਪਹਿਲਾਂ ਮੀਟਿੰਗ ਕੀਤੀ ਆ ਅਸ਼ਵਨੀ ਸ਼ਰਮਾ ਹੋਰਾਂ ਦੀ ਜਲੰਧਰ ਦੇ ਵਿੱਚ ਭਾਰਤੀ ਜਨਤਾ ਜੀ ਪਾਰਟੀ ਦੇ ਨੁਮਾਇੰਦਿਆਂ ਦੀ। ਉਸ ਮੀਟਿੰਗ ਦੇ ਸਮੇਂ ਵੀ ਬਾਹਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵਰਕਰ ਨਾਅਰੇਬਾਜ਼ੀ ਕਰ ਰਹੇ ਸੀ, ਕਾਲੀਆਂ ਝੰਡੀਆਂ ਦਿਖਾ ਰਹੇ ਸੀਗੇ, ਮੁਰਦਾਬਾਦ ਜ਼ਿੰਦਾਬਾਦ ਕਰ ਰਹੇ ਸੀਗੇ, ਘਿਰਾਓ ਕਰਨ ਦੀ ਕੋਸ਼ਿਸ਼, ਸਾਰਾ ਕੁਝ ਹੀ ਹੋ ਰਿਹਾ ਸੀ ਉੱਥੇ। ਉੱਥੇ ਤਾਂ ਹਮਲਾ ਹੋਇਆ ਨਹੀਂ, ਉੱਥੇ ਕੋਈ ਜੀ ਇਦਾਂ ਦੀ ਸਥਿਤੀ ਬਣੀ ਨਹੀਂ ਆ। ਬਚ ਬਚਾ ਕੇ ਉੱਥੋਂ ਵੀ ਪੁਲਿਸ ਵਾਲਿਆਂ ਨੇ ਸਖਤ ਪਹਿਰੇ ਦੇ ਵਿੱਚ ਜਿਹੜਾ ਉਹਨਾਂ ਨੂੰ ਕੱਢਿਆ, ਨਾਅਰੇਬਾਜ਼ੀ ਰੱਜ ਕੇ ਕੀਤੀ, ਘਿਰਾਓ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿਸਾਨਾਂ ਨੇ। ਪਰ ਜਦੋਂ ਜਲੰਧਰ ਤੋਂ ਨਿਕਲ ਜਾਂਦੇ ਆ, ਦਸੂਹੇ ਵੱਲ ਨੂੰ ਨਿਕਲਦੇ ਨੇ ਤੇ ਟਾਂਡੇ ਦੇ ਨਜ਼ਦੀਕ ਚੌਲਾਂਗ ਦੇ ਵਿੱਚ ਇਹ ਕਿਹਾ ਜਾ ਰਿਹਾ ਆ ਕਿ ਉਹਨਾਂ ਦੀ ਕਾਰ ਦੇ ਉੱਤੇ ਕਿਸਾਨਾਂ ਨੇ ਘੇਰਾ ਪਾ ਲਿਆ ਉਹਨਾਂ ਨੂੰ ਤੇ ਪੱਥਰ ਸੁੱਟੇ, ਡਾਂਗਾ ਮਾਰੀਆਂ, ਸ਼ੀਸ਼ਾ ਭੰਨ ਦਿੱਤਾ ਗਿਆ ਪਿਛਲੀ ਕਾਰ ਦਾ। ਤੇ ਫਿਰ ਮਸਲਾ ਜੀ ਇੱਥੇ ਇੱਕ ਹੋਰ, ਜਿਵੇਂ ਤੁਸੀਂ ਸ਼ੰਕਾ ਜਤਾਇਆ ਨਾ, ਕੁਝ ਹੋਰ ਵੀ ਹੋ ਸਕਦਾ। ਇਹ ਜੀ ਸ਼ੰਕੇ ਇਸ ਕਰਕੇ ਆ ਕਿ ਇਹ ਹੋਇਆ ਸਾਰਾ ਕੁਝ ਚੌਲਾਂਗ ਦੇ ਵਿੱਚ। ਚੌਲਾਂਗ ਨੂੰ ਥਾਣਾ ਪੈਂਦਾ ਆ ਟਾਂਡਾ, ਪਰ ਜੀ ਅਸ਼ਵਨੀ ਸ਼ਰਮਾ ਹੋਰਾਂ ਦੀ ਗੱਡੀ ਜਿਹੜੀ ਆ ਉਹ ਟਾਂਡੇ ਰੁਕਣ ਦੀ ਬਜਾਏ ਜਿਹੜੀ ਆ ਦਸੂਹੇ ਦੇ ਥਾਣੇ ਦੇ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਉਣ ਜਾਂਦੀ ਹੈ, ਜਿੱਥੇ ਜੀ ਥਾਣੇ ਵਾਲਿਆਂ ਨਾਲ ਅਸ਼ਵਨੀ ਸ਼ਰਮਾ ਦੀ ਬਹਿਸ ਵੀ ਹੁੰਦੀ ਹੈ। ਕਿਉਂ? ਜੀ ਕਿਉਂਕਿ ਜਿੱਥੇ ਘਟਨਾ ਵਾਪਰੀ ਤੁਸੀਂ ਰਿਪੋਰਟ ਵੀ ਉੱਥੇ ਕਰਵਾਉਣੀ ਹੁੰਦੀ ਆ। ਹੁਣ ਅਸ਼ਵਨੀ ਸ਼ਰਮਾ ਹੋਰਾਂ ਦੀ ਜੋ ਕੁਝ ਹੋਇਆ ਉਹਨਾਂ ਦੇ ਨਾਲ ਹੋਇਆ, ਵਾਪਰਿਆ, ਮਾੜਾ ਹੋਇਆ। ਅਸੀਂ ਨਹੀਂ ਕਹਿੰਦੇ ਜੀ ਏਦਾਂ ਹਮਲਾ ਕਰਨਾ ਚਾਹੀਦਾ ਗੱਡੀਆਂ ਦੇ ਉੱਤੇ, ਅਸੀਂ ਨਹੀਂ ਕਹਿੰਦੇ ਇਹ ਚੀਜ਼ਾਂ ਜਿਹੜੀਆਂ ਵਾਜਬ ਨੇ, ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈਣਾ ਕਦੀ ਵੀ ਠੀਕ ਨਹੀਂ ਕਿਹਾ ਜਾ ਸਕਦਾ। ਇਹ ਗਲਤ ਹੋਇਆ ਜਿਹਨੇ ਵੀ ਕੀਤਾ, ਕਿਉਂਕਿ ਅਸੀਂ ਸਿੱਧੇ ਤੌਰ ਤੇ ਇਹ ਨਹੀਂ ਕਹਿ ਸਕਦੇ ਕਿ ਉਹ ਕਿਸਾਨ ਜਥੇਬੰਦੀਆਂ ਦੇ ਹੀ ਆਗੂ ਹੋਣਗੇ ਜਾਂ ਵਰਕਰ ਹੋਣਗੇ ਜਾਂ ਕਿਸਾਨਾਂ ਨੇ ਇਹ ਸਾਰਾ ਕੁਝ ਕੀਤਾ। ਗੁੱਸਾ ਹੈਗਾ ਉਹਨਾਂ ਦੇ ਵਿੱਚ, ਪਰ ਜੀ ਇਹ ਤੱਥ ਨਹੀਂ ਹੈ ਸਾਡੇ ਕੋਲ ਕਿ ਉਹਨਾਂ ਨੇ ਕੀਤਾ ਆ। ਹੋ ਸਕਦਾ ਕਿਸੇ ਸ਼ਰਾਰਤੀ ਅੰਸਰ ਨੇ ਜਾਣ ਬੁੱਝ ਕੇ ਇਹ ਕੀਤਾ ਹੋਵੇ, ਹੋ ਸਕਦਾ ਕਿ ਜੀ ਕੁਝ ਧਿਰਾਂ ਏਦਾਂ ਦੀਆਂ ਵੀ ਹੈਗੀਆਂ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਇਸ ਅੰਦੋਲਨ ਨੂੰ ਤਾਰ ਪੀੜੋ ਕਰਨ ਦੇ ਲਈ ਹਰ ਤਰੀਕੇ ਦਾ ਹਥਕੰਡਾ ਵਰਤਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਉਹਨਾਂ ਨੇ ਸਾਰਾ ਕੁਝ ਕੀਤਾ ਹੋਵੇ, ਬਹੁਤ ਕੁਝ ਹੋ ਜੀ ਸਕਦਾ ਹੈ। ਇਸ ਕਰਕੇ ਜਿਹੜਾ ਆ ਉਹ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜਦੋਂ ਉਹ ਦਸੂਹੇ ਦੇ ਵਿੱਚ ਜਾ ਕੇ ਰਿਪੋਰਟ ਕਰਵਾਉਂਦੇ ਆ, ਥਾਣੇ ਵਾਲਿਆਂ ਨਾਲ ਬਹਿਸ ਮੁਸਾਬਾ ਵੀ ਹੁੰਦਾ ਆ, ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸ਼ੱਕ ਦੇ ਘੇਰੇ ਦੇ ਵਿੱਚ ਆ ਜਾਂਦੀਆਂ, ਪ੍ਰਸ਼ਨ ਚਿੰਨ੍ਹ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਲੱਗਣੇ ਸ਼ੁਰੂ ਹੋ ਜਾਂਦੇ। ਔਰ ਨਾਲ ਦੀ ਨਾਲ ਇਹ ਸਪਸ਼ਟ ਸੰਕੇਤ ਵੀ ਮੰਨ ਕੇ ਚੱਲਣਾ ਚਾਹੀਦਾ, ਕਿਉਂਕਿ ਕੱਲ ਜਲੰਧਰ ਦੀ ਮੀਟਿੰਗ ਦੇ ਵਿੱਚ ਅਸ਼ਵਨੀ ਜੀ ਸ਼ਰਮਾ ਨੇ ਇਹ ਦਾਅਵਾ ਕੀਤਾ ਸੀਗਾ ਕਿ ਜਿੰਨੀਆਂ ਮਿਊਨਿਸਪਲ ਕੌਂਸਲ ਦੀਆਂ ਚੋਣਾਂ ਹੋਣਗੀਆਂ, ਸਥਾਨਕ ਚੋਣਾਂ ਹੋਣਗੀਆਂ, ਉਹ ਸਾਰੀਆਂ ਹੀ ਅਸੀਂ ਲੜਾਂਗੇ। ਤੇ ਜੇ ਪੰਜਾਬ ਦੇ ਲੋਕ ਭਾਜਪਾ ਦੇ ਲੀਡਰਾਂ ਨੂੰ ਉਦਾਂ ਨਹੀਂ ਬਰਦਾਸ਼ਤ ਕਰ ਰਹੇ ਇਸ ਮੌਕੇ ਦੇ ਉੱਤੇ, ਤੇ ਮੈਨੂੰ ਲੱਗਦਾ ਹਮਲੇ ਵਾਲੀਆਂ ਘਟਨਾਵਾਂ ਭਾਵੇਂ ਨਾ ਹੁਣ ਨਹੀਂ ਵਾਪਰਨੀਆਂ ਚਾਹੀਦੀਆਂ। ਚੰਗੀ ਗੱਲ ਹੈ ਕਿ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਚੱਲਦਾ, ਉਹਨੂੰ ਚੱਲਦੇ ਰਹਿਣਾ ਚਾਹੀਦਾ। ਪਰ
ਜੇ ਕਿਸਾਨਾਂ ਦੇ ਅੰਦਰ, ਪੰਜਾਬੀਆਂ ਦੇ ਅੰਦਰ ਭਾਜਪਾ ਦੇ ਪ੍ਰਤੀ ਕੋਈ ਗੁੱਸਾ ਆ, ਨਾਰਾਜ਼ਗੀ ਹੈ, ਭਾਜਪਾ ਦੇ ਉੱਤੇ ਦਬਾਅ ਬਣਾਉਣਾ ਚਾਹੁੰਦੀਆਂ ਨੇ ਕਿ ਇਹ ਕਾਨੂੰਨ ਜਿਹੜੇ ਬਣਾਏ ਆ ਖੇਤੀ ਸੰਬੰਧੀ ਜਾਂ ਬਿਜਲੀ ਸੋਧ ਕਾਨੂੰਨ ਜਿਹੜਾ ਚੌਥਾ ਇੱਕ ਇਹਦੇ ਨਾਲ ਇਹ ਵੀ ਜੁੜ ਜਾਂਦਾ ਕਿਉਂਕਿ ਇਹਦੇ ਤੇ ਵੀ ਇਤਰਾਜ਼ ਹੈ। ਸੋ ਜੇ ਇਹਨਾਂ ਨੂੰ ਵਾਪਸ ਲੈਣ ਲਈ ਜਾਂ ਤਰਮੀਮ ਕਰਵਾਉਣ ਲਈ ਦਬਾਅ ਬਣਾਉਣਾ ਹੈ ਤੇ ਫਿਰ ਅੰਦੋਲਨ ਤਾਂ ਤੁਸੀਂ ਅਪਣਾਇਆ ਹੀ ਹੋਇਆ ਆ, ਇਹਦੇ ਨਾਲ ਵੋਟ ਦਾ ਰਾਹ ਤੁਹਾਡੇ ਕੋਲ ਵੱਡਾ ਬਚਦਾ ਹੈ ਭਾਈ। ਲੋਕਤੰਤਰਿਕ ਤਰੀਕੇ ਨਾਲ ਤੁਸੀਂ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਇੱਕ ਵੱਡਾ ਦਬਾਅ ਬਣਾ ਸਕਦੇ ਹੋ ਪਾਰਟੀਆਂ ਦੇ ਉੱਤੇ, ਸਰਕਾਰਾਂ ਦੇ ਉੱਤੇ ਦਬਾਅ ਬਣਾ ਸਕਦੇ ਹੋ। ਸੋ ਉਹ ਬਹੁਤ ਜ਼ਰੂਰੀ ਹੈ। ਹੁਣ ਮਸਲਾ ਇਹੀ ਹੈ ਕਿ ਭਾਜਪਾ ਦੇ ਲੀਡਰਾਂ ਨੂੰ ਵੀ ਇਹ ਸਮਝਣਾ ਪਏਗਾ ਕਿ ਜਿੰਨਾ ਗੁੱਸਾ ਕਿਸਾਨਾਂ ਦੇ ਵਿੱਚ ਹੈਗਾ ਆ, ਜਿਸ ਤਰੀਕੇ ਨਾਲ ਸੜਕਾਂ ਤੇ ਉਤਰੇ ਹੋਏ ਹੈਗੇ ਨੇ, ਉਸ ਸਭ ਨੂੰ ਦੇਖਦਿਆਂ ਹੋਇਆਂ ਘੱਟੋ ਘੱਟ ਇਹ ਦਾਅਵੇ ਕਰਨੇ ਕਿ ਅਸੀਂ ਸਮਝਾ ਲਾਂਗੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਹੋਇਆ। ਭਾਈ ਕਿਸੇ ਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ। ਫਿਰ ਤਾਂ ਤੁਹਾਡੇ ਤੇ ਵੀ ਬਹੁਤ ਸਾਰੇ ਇਲਜ਼ਾਮ ਆਉਣਗੇ ਕਿ ਤੁਸੀਂ ਵੀ ਜਦੋਂ ਸੱਤਾ 'ਚ ਨਹੀਂ ਸੀ ਗੁੰਮਰਾਹ ਹੀ ਕਰਦੇ ਸੀਗੇ ਕਿਸੇ ਨੂੰ, ਜਦੋਂ ਕੋਈ ਅੰਦੋਲਨ ਹੁੰਦਾ ਸੀਗਾ ਤੁਸੀਂ ਜਾਗਰੂਕ ਨਹੀਂ ਕਰਦੇ ਸੀ, ਕਿਸੇ ਦੇ ਹੱਕ ਦੇ ਆਵਾਜ਼ ਨਹੀਂ ਉਠਾਉਂਦੇ ਸੀਗੇ। ਫਿਰ ਤੁਹਾਡੇ ਤੇ ਵੀ ਇਹੀ ਇਲਜ਼ਾਮ ਲੱਗਣਗੇ ਕਿਉਂਕਿ ਇਹੀ ਤਰੀਕੇ ਜਿਹੜੇ ਆ, ਇਹੀ ਨੁਕਤੇ ਉਦੋਂ ਵੀ ਹੋਏ ਜਦੋਂ ਕਾਂਗਰਸ ਦੀ UPA ਦੀ ਸਰਕਾਰ ਸੀਗੀ ਕੇਂਦਰ ਦੇ ਵਿੱਚ ਤੇ ਤੁਹਾਡੇ ਵੱਲੋਂ ਇਦਾਂ ਦੇ ਅੰਦੋਲਨ ਵਿੱਢੇ ਜਾਂਦੇ ਸੀ ਜਾਂ ਚੱਲਦੇ ਅੰਦੋਲਨਾਂ ਦੇ ਵਿੱਚ ਤੁਸੀਂ ਸ਼ਮੂਲੀਅਤ ਕਰਦੇ ਸੀਗੇ ਕਿ ਹਾਂ ਸਰਕਾਰ ਜੋ ਕੁਝ ਕਰ ਰਹੀ ਹੈ ਗਲਤ ਕਰ ਰਹੀ ਆ। ਸੋ ਇਹ ਗੁੰਮਰਾਹ ਕਰਨ ਵਾਲੀ ਗੱਲ ਜਿਹੜੀ ਬਾਰ-ਬਾਰ ਕੀਤੀ ਜਾਂਦੀ ਹੈ ਕਿ ਕਿਸਾਨ ਗੁੰਮਰਾਹ ਨੇ। ਹੁਣ 2-3 ਵਾਰੀ ਬੁਲਾਵਾ, 2 ਵਾਰੀ ਬੁਲਾਵਾ ਆ ਗਿਆ ਕੇਂਦਰੀ ਖੇਤੀ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ। ਉਸ ਬੁਲਾਵੇ ਦੇ ਵਿੱਚ ਕਿਸਾਨਾਂ ਦਾ ਇਹ ਵੱਡਾ ਇਤਰਾਜ਼ ਹੈ ਕਿ ਇਹ ਥੋੜੀ ਲਿਖਿਆ ਜਾਂਦਾ ਹੈ ਬੁਲਾਵੇ ਦੇ ਵਿੱਚ, ਚਿੱਠੀ ਦੇ ਵਿੱਚ ਕਿ ਆਓ ਆਪਾਂ ਮਿਲ ਬੈਠ ਕੇ ਗੱਲ ਕਰਦੇ ਹਾਂ। ਉਹਦੇ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਤੁਸੀਂ ਗੁੰਮਰਾਹ ਹੋ, ਤੁਹਾਨੂੰ ਪਤਾ ਨਹੀਂ ਹੈ, ਅਸੀਂ ਤੁਹਾਨੂੰ ਦੱਸਦੇ ਹਾਂ ਇਹਦੇ ਫਾਇਦੇ ਕੀ ਹੈ। ਤੇ ਮਤਲਬ ਤਾਂ ਉਹੀ ਰਹਿ ਗਿਆ, ਮਸਲਾ ਤਾਂ ਉੱਥੇ ਹੀ ਦਾ ਉੱਥੇ ਰਹਿ ਗਿਆ ਕਿ ਤੁਸੀਂ ਚਿੱਠੀ ਜਿਹੜੀ ਭੇਜ ਕੇ ਇਹ ਕਹਿੰਦੇ ਹੋ ਕਿ ਜੋ ਅਸੀਂ ਕਹਿੰਦੇ ਹਾਂ ਉਹੀ ਠੀਕ ਹੈ ਤੇ ਸਾਡੀ ਗੱਲ ਮੰਨ ਕੇ ਜਾਓ, ਅਸੀਂ ਤੁਹਾਡੀ ਨਹੀਂ ਸੁਣਨੀ। ਸੋ ਸਰਕਾਰ ਨੂੰ ਵੀ ਸਮਝਣਾ ਪਏਗਾ, ਕੇਂਦਰ ਦੀ ਨੂੰ, ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਸਮਝਣਾ ਪਏਗਾ ਜਿਹੜਾ ਸਮਾਂ ਚੱਲਦਾ ਪਿਆ ਇਸ ਦੌਰ ਦੇ ਵਿੱਚ ਜੇ ਸਮਝਣ ਸਮਝਾਉਣ ਵਾਲੀ ਗੱਲ ਕਰਨੀ ਹੈ ਤੇ ਘੱਟੋ ਘੱਟ ਕਿਸਾਨ ਜਿਸ ਤਰੀਕੇ ਨਾਲ ਚਾਹੁੰਦੇ ਆ ਉਸ ਤਰੀਕੇ ਨਾਲ ਗੱਲ ਪਹਿਲਾਂ ਸਰਕਾਰ ਦੇ ਨਾਲ ਕਰਵਾਈ ਜਾਵੇ ਜਾਂ ਭਾਜਪਾ ਦੇ ਲੀਡਰ ਇੱਥੇ ਮੀਟਿੰਗਾਂ ਕਰਨ ਦੀ ਬਜਾਏ ਜੇ ਮੋਦੀ ਸਾਹਿਬ ਨਾਲ ਮੀਟਿੰਗਾਂ ਕਰਨ ਕਿ ਭਾਈ ਆਹ ਸਥਿਤੀਆਂ ਨੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਵੀ ਸਥਿਤੀਆਂ ਜਿਹੜੀਆਂ ਉਹ ਕੁਝ ਸੰਗੀਨ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਚੌਟਾਲਿਆਂ ਦੇ ਘਰ ਦੇ ਅੱਗੇ ਉੱਥੇ ਵੀ ਧਰਨਾ ਲਾ ਕੇ ਬੈਠੇ ਨੇ ਕਿਸਾਨ। ਸੋ ਉਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਕੋਈ ਨਾ ਕੋਈ ਇਦਾਂ ਦਾ ਕਦਮ ਪੁੱਟਣਾ ਚਾਹੀਦਾ ਕਿ ਕਿਸਾਨ ਜਿਹੜੇ ਆ ਉਹਨਾਂ ਦਾ ਗੁੱਸਾ ਸ਼ਾਂਤ ਕੀਤਾ ਜਾਵੇ, ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ, ਜੇ ਕੁਝ ਕੀਤਾ ਜਾ ਸਕਦਾ ਤੇ ਜ਼ਰੂਰ ਕੀਤਾ ਜਾਵੇ। ਸੋ ਉਹ ਸਾਰੀਆਂ ਚੀਜ਼ਾਂ ਕਰਨ ਦੀ ਲੋੜ ਹੈ। ਤੇ ਜੇ ਤੁਸੀਂ ਇੱਥੇ ਬਲਦੀ 'ਚ ਘਿਓ ਦਾ ਪਾਉਣ ਦਾ ਕੰਮ ਕਰਦੇ ਹੋ, ਜਾਣ ਬੁੱਝ ਕੇ ਇਦਾਂ ਦੀਆਂ ਸਥਿਤੀਆਂ ਪੈਦਾ ਕਰਦੇ ਹੋ ਕਿ ਲੜਾਈ ਝਗੜਾ ਹੋਵੇ, ਹਾਲਾਤ ਵਿਗੜਨ ਤੇ ਫਿਰ ਅਸੀਂ ਮਨਮਰਜ਼ੀ ਮੁਤਾਬਕ ਕੰਮ ਕਰੀਏ ਜਾਂ ਤਾਰਪੀਡੋ ਕਰੀਏ ਜਾਂ ਫਿਰ ਕਿਸਾਨਾਂ ਦੇ ਅੰਦੋਲਨ ਨੂੰ ਹਿੰਸਕ ਦੱਸ ਕੇ ਤੇ ਜ਼ਬਰਦਸਤੀ ਉਹਨਾਂ ਨੂੰ ਰੇਲਵੇ ਲਾਈਨਾਂ ਤੋਂ ਜਾਂ ਉਹਨਾਂ ਦੇ ਅੰਦੋਲਨ ਨੂੰ ਖਤਮ ਕਰਵਾ ਕੇ ਉਹਨਾਂ ਦੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਇਸ ਸਾਰੇ ਨੂੰ ਖਤਮ ਕਰਵਾ ਕੇ ਆਪਣਾ ਜਿਹੜਾ ਰਾਸ਼ਟਰਪਤੀ ਰਾਜ ਜਿੱਦਾਂ ਦੀਆਂ ਸਿਲਸਿਲੇ ਚੱਲਦੇ ਆ ਸਾਡੇ ਮੁਲਕ ਦੇ ਵਿੱਚ ਕਿ ਜਿੱਥੇ ਸਰਕਾਰ ਆਪਣੀ ਨਹੀਂ ਹੁੰਦੀ ਕੇਂਦਰ ਵਾਲਿਆਂ ਦੀ, ਉੱਥੇ ਕਿਤੇ ਨਾ ਕਿਤੇ ਇਦਾਂ ਦੇ ਹੱਥਕੰਡੇ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਹੁੰਦੀ ਹੈ, ਹੋ ਰਹੀ ਹੈ ਤੇ ਹੁੰਦੀ ਰਹਿਣੀ ਆ। ਇਦਾਂ ਦੀਆਂ ਪਰਿਸਥਿਤੀਆਂ ਸਾਡੇ ਬਣਦੀਆਂ ਰਹਿਣਗੀਆਂ ਜਿੰਨੀ ਦੇਰ ਤੱਕ ਇਮਾਨਦਾਰੀ ਨਾਲ ਸਿਆਸਤਦਾਨ ਜਾਂ ਸਰਕਾਰਾਂ ਕੰਮ ਨਹੀਂ ਕਰਦੀਆਂ। ਸੋ ਉਹ ਸਾਰੀਆਂ ਸਥਿਤੀਆਂ ਜੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਗੱਲ ਗਲਤ ਹੋਏਗੀ ਕਿਉਂਕਿ ਜਦੋਂ ਕਿਤੇ ਅੱਗ ਫੈਲਦੀ ਆ ਤੇ ਉਹ ਅੱਗ ਕਿਤੇ ਏਦਾਂ ਥੋੜੀ ਦੇਖਦੀ ਹੈ ਕਿ ਆਹ ਬੂਟਾ ਮੈਂ ਬਚਾ ਕੇ ਲੰਘਣਾ ਤੇ ਇਸ ਬੂਟੇ ਨੂੰ ਮੈਂ ਸਾੜਨਾ ਹੈ ਤੇ ਇਹਦੇ ਤੋਂ ਮੈਂ ਬਚ ਕੇ ਨਿਕਲ ਜਾਣਾ, ਇੱਥੋਂ ਦੀ ਇੱਧਰ ਨੂੰ ਮੁੜ ਜਾ। ਉਹਨੇ ਜਿਸ ਸਪੀਡ ਨਾਲ, ਜਿਸ ਰਫ਼ਤਾਰ ਦੇ ਨਾਲ ਤੇ ਜਿਸ ਫੈਲਾਅ ਦੇ ਨਾਲ ਜਾਣਾ, ਉਹਨੇ ਜੋ ਜ਼ਦ ਦੇ ਵਿੱਚ ਆਇਆ ਨਾ ਉਹਨੂੰ ਰਾਖ ਕਰਦੇ ਜਾਣਾ ਤੇ ਫਿਰ ਬਚਣੇ ਨਹੀਂ ਆ ਕੋਈ ਵੀ, ਭਾਵੇਂ ਕਾਂਗਰਸ ਹੋਵੇ, ਆਪ ਹੋਵੇ, ਅਕਾਲੀ ਦਲ ਹੋਵੇ, ਭਾਜਪਾ ਹੋਵੇ, ਕੋਈ ABCD ਕੋਈ ਵੀ ਪਾਰਟੀ ਹੋਵੇ, ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗੀ ਉਹਦੇ ਵਿੱਚ ਨੁਕਸਾਨ ਪੰਜਾਬ ਦਾ ਤਾਂ ਹੋਣਾ ਹੀ ਹੋਣਾ ਭਾਈ, ਉਹਨਾਂ ਦਾ ਵੀ ਨੁਕਸਾਨ ਹੋਏਗਾ। ਇਸ ਕਰਕੇ ਇਸ ਅੰਦੋਲਨ ਨੂੰ ਦੇਖਦਿਆਂ ਹੋਇਆਂ, ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਹੋਇਆਂ ਥੋੜਾ ਜਿਹਾ ਸਿਆਸੀ ਪਾਰਟੀਆਂ ਨੂੰ ਬੁੱਧੀ ਤੋਂ ਕੰਮ ਲੈਣ ਦੀ ਜ਼ਰੂਰਤ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਇਹ ਦਾਅਵੇ ਕਰਨ ਦੀ ਬਜਾਏ ਕਿ ਅਸੀਂ ਚੋਣਾਂ ਵੀ ਲੜਾਂਗੇ, ਅਸੀਂ ਕਿਸਾਨਾਂ ਨੂੰ ਸਮਝਾ ਵੀ ਲਵਾਂਗੇ, ਅਸੀਂ ਉਹ ਵੀ ਕਰ ਲਾਂਗੇ, ਉਹ ਵੀ ਕਰ ਲਾਂਗੇ, ਥੋੜਾ ਜਿਹਾ ਸਥਿਤੀਆਂ ਨੂੰ ਦੇਖਦੇ ਹੋਏ ਦਾਨਸ਼ਵਰੀ ਜਿਹੜੀ ਹੈ, ਸਮਝਦਾਰੀ ਤੋਂ ਕੰਮ ਲੈਣ ਦੀ ਜ਼ਰੂਰਤ ਹੈ ਤਾਂ ਕਿ ਪੰਜਾਬ ਦੇ ਹਾਲਾਤ ਸੁਖਾਵੇਂ ਹੀ ਬਣੇ ਰਹਿਣ ਕਿਉਂਕਿ ਪੰਜਾਬ ਨੇ ਪਹਿਲਾਂ ਬਹੁਤ ਕੁਝ ਝੱਲਿਆ, ਮਾਫ ਕਰਨਾ ਜਿੰਨਾ ਪੰਜਾਬ ਨੇ ਝੱਲਿਆ ਆ ਸ਼ਾਇਦ ਮੁਲਕ ਦੇ ਕਿਸੇ ਹਿੱਸੇ ਨੇ ਉਹ ਸਾਰਾ ਕੁਝ ਝੱਲਿਆ ਹੋਵੇਗਾ, ਹੰਢਾਇਆ ਹੋਵੇਗਾ ਤੇ ਇਹ ਐਵੇਂ ਨਹੀਂ ਇੱਥੇ ਗਿਆ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਬੇਸ਼ੱਕ ਇਹ ਚੀਜ਼ਾਂ ਰਹੀਆਂ ਨੇ ਪਰ ਹੁਣ ਆ ਜਿਹੜੀਆਂ ਸਥਿਤੀਆਂ ਨੇ, ਆ ਜਿਹੜੇ ਹਾਲਾਤ ਨੇ, ਜਿਹੜਾ ਸਮਾਂ ਚੱਲ ਰਿਹਾ, ਇਸ ਸਮੇਂ ਦੇ ਵਿੱਚ ਪੰਜਾਬ ਨੂੰ ਜੇ ਹੋਰ ਇਦਾਂ ਦਾ ਕੋਈ ਦੰਸ਼ ਚੱਲਣਾ ਪਿਆ ਤੇ ਮਾਫ ਕਰਨਾ ਗੋਡਿਆਂ ਭਾਰ ਪਹਿਲਾਂ ਹੀ ਆਇਆ ਹੋਇਆ, ਐਵੇਂ ਮੂਧੜੇ ਮੂੰਹ ਨਾ ਸੁੱਟੋ।
ਪੰਜਾਬ ਦਾ ਸੋਚ ਲਓ, ਪੰਜਾਬੀਆਂ ਦਾ ਸੋਚ ਲਓ, ਆਪਣੀ ਸਿਆਸਤ ਜਿਹੜੀ ਆ ਉਹ ਬਾਅਦ ਚ ਕਰ ਲਈਓ, ਕਿਉਂਕਿ ਜੇ ਸਿਆਸਤ ਤੁਸੀਂ ਕਰਨੀ ਆ ਉਹ ਪੰਜਾਬੀਆਂ ਨਾਲ ਹੀ ਕਰੋਗੇ, ਪੰਜਾਬ 'ਚ ਹੀ ਕਰੋਗੇ, ਤੇ ਜੇ ਪੰਜਾਬ ਨੂੰ ਮੂਧੜੇ ਮੂੰਹ ਸੁੱਟ ਦਿੱਤਾ ਤੇ ਫਿਰ ਸਿਆਸਤ ਤੁਸੀਂ ਕਰਨੀ ਕਿੱਥੇ ਆ। ਜੀ। ਜਸਵੀਰ ਜੀ, ਗੱਲ ਸਿਰਫ ਇੰਨੀ ਨਹੀਂ, ਕੱਲ ਇੱਕ ਹੋਰ ਮੰਦਭਾਗੀ ਘਟਨਾ ਵਾਪਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਜਿਹੜੀ ਬੇਅਦਬੀ ਹੋਈ ਹੈ, ਔਰ ਜਿਹਨੇ ਕੀਤੀ ਆ ਉਹ ਵੀ ਫੜ ਲਿਆ ਗਿਆ, ਔਰ ਉਹਦੇ ਬਾਰੇ ਵੀ ਬੜੇ ਰੌਚਕ ਤੱਥ ਸਾਹਮਣੇ ਆਏ ਕਿ ਉਹ ਜਿਹੜਾ ਨੌਜਵਾਨ ਆ ਉਹ ਕਿਸਾਨ ਧਰਨਿਆਂ ਵਿੱਚ ਵੀ ਜਾਂਦਾ ਰਿਹਾ ਵਾ। ਸੋ ਇਹ ਜਿਹੜੀ ਕੱਲ ਜੀ ਘਟਨਾ ਵਾਪਰੀ ਆ, ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਬਿਲਕੁਲ, ਇਹ ਬਹੁਤ ਵੱਡੀ ਘਟਨਾ, ਕਿਉਂਕਿ ਅਜੇ ਤਾਂ ਪਹਿਲੇ ਜ਼ਖਮ ਵੀ ਅੱਲੇ ਆ, ਉਹਨਾਂ ਦੇ ਉੱਤੇ ਨਾ ਕਿਤੇ ਫੈਹਾ ਧਰਿਆ ਗਿਆ, ਨਾ ਕਿਤੇ ਮਲਮ ਲਾਈ ਗਈ ਹੈ, ਤੇ ਨਾ ਉਹ ਠੀਕ ਹੁੰਦੇ ਨਜ਼ਰ ਆ ਰਹੇ ਨੇ, ਕਿਉਂਕਿ ਮਲਮ ਜੀ ਤਾਂ ਲੱਗੇਗੀ, ਫੈਹਾ ਤਾਂ ਧਰੇਗਾ ਭਾਈ ਜੇ ਦੋਸ਼ੀ ਫੜੇ ਜਾਣਗੇ, ਤੇ ਠੀਕ ਤਾਂ ਹੋਣਗੇ ਜੇ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ। ਅਜੇ ਤਾਂ ਰੌਲੇ ਗੋਲੇ ਦੇ ਵਿੱਚ ਹੀ ਸਾਰਾ ਚੱਲੀ ਜਾਂਦਾ, ਕਦੀ ਕਿਸੇ ਵੱਲ ਉਂਗਲ ਚੁੱਕ ਦਿੱਤੀ ਜਾਂਦੀ ਹੈ, ਕਿਸੇ ਤੋਂ ਉਂਗਲ ਉਠਾ ਲਈ ਜਾਂਦੀ ਹੈ, ਅਜੇ ਇਹ ਸਾਰਾ ਕੁਝ ਚੱਲਦਾ, ਇਸ ਕਰਕੇ ਉਹ ਚੀਜ਼ ਵੀ ਅਜੇ ਉੱਥੇ ਦੇ ਉੱਥੇ ਖੜੀ ਹੈ। ਤੇ ਹੁਣ ਕੱਲ ਫਤਿਹਗੜ੍ਹ ਸਾਹਿਬ ਜਿਹੜਾ ਆ ਉਹਦੇ ਵਿੱਚ ਇਹ ਘਟਨਾ ਵਾਪਰੀ, ਦੋ ਪਿੰਡਾਂ ਦੇ ਵਿੱਚ, ਇੱਕ ਨਹੀਂ ਦੋ ਥਾਵਾਂ ਦੇ ਉੱਤੇ, ਦੋ ਥਾਵਾਂ ਜੀ ਦੇ ਉੱਤੇ 19 ਕੁ ਸਾਲਾਂ ਦਾ ਨੌਜਵਾਨ ਹੈ, ਸਹਿਜਵੀਰ ਸਿੰਘ ਇਹਦਾ ਨਾਮ ਹੈ, ਨਾਭੇ ਦੇ ਬਿਰੜਵਾਲ ਪਿੰਡ ਦਾ ਰਹਿਣ ਵਾਲਾ ਆ। ਇਹਦੇ ਵੱਲੋਂ ਪਹਿਲਾਂ ਜਿਹੜਾ ਉਹ ਜੱਲਾ ਪਿੰਡ ਦੇ ਵਿੱਚ ਜਾ ਕੇ ਇਹ ਸਾਰਾ ਕੁਝ ਕੀਤਾ ਗਿਆ, ਫਤਿਹਗੜ੍ਹ ਸਾਹਿਬ ਦੇ ਜੱਲਾ ਪਿੰਡ ਦੇ ਵਿੱਚ, ਉੱਥੇ ਸਿੰਘ ਸਾਹਿਬ ਹੈ ਨਹੀਂ ਸੀ, ਪਾਠੀ ਹੋਰੀ ਹੈ ਨਹੀਂ ਸੀਗੇ, ਤੇ ਇਹ ਅੰਦਰ ਗਿਆ, ਉੱਥੇ ਅੰਦਰ ਜਾ ਕੇ ਇਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਪੱਤਰੇ ਜਿਹੜੇ ਆ ਉਹ ਫਾੜ ਦਿੱਤੇ, ਭੰਗ ਕੀਤੇ ਅੰਗ। ਉੱਥੇ ਕਰਨ ਤੋਂ ਬਾਅਦ ਆਪਣੀ ਕਾਰ 'ਚ ਸਵਾਰ ਹੋਇਆ, ਇੱਥੋਂ ਥੋੜੀ ਦੂਰ ਅੱਗੇ ਅਗਲਾ ਪਿੰਡ ਸੀ ਤਰਖਾਣ ਮਾਜਰਾ, ਉੱਥੇ ਜਾ ਕੇ ਭਾਈ ਸਾਹਿਬ ਜਿਹੜੇ ਸੀਗੇ ਉਹਨਾਂ ਨੂੰ ਕਿਹਾ ਕਿ ਮੈਂ ਮੱਥਾ ਟੇਕਣਾ ਹੈ, ਗੁਰਦੁਆਰਾ ਸਾਹਿਬ ਖੁਲਵਾ ਕੇ ਭਾਈ ਸਾਹਿਬ ਦੇ ਸਾਹਮਣੇ ਹੀ ਜਿਹੜਾ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਜਿਹੜੇ ਆ ਉਹ ਪਾੜੇ। ਫਿਰ ਉੱਥੇ ਗੁਟਕਾ ਸਾਹਿਬ ਪਿਆ ਸੀ, ਉਹਨੂੰ ਜਿਹੜਾ ਆ ਉਹ ਪਾੜਿਆ, ਤੇ ਇਹ ਉੱਥੇ ਕਾਬੂ ਕਰ ਲਿਆ ਗਿਆ ਇਸ ਨੌਜਵਾਨ ਨੂੰ, ਸਹਿਜਵੀਰ ਸਿੰਘ ਨੂੰ। ਵਾਹਵਾ ਕੁੱਟਮਾਰ ਵੀ ਕੀਤੀ ਗਈ, ਫਿਰ ਪੁਲਿਸ ਨੂੰ ਬੁਲਾਇਆ ਗਿਆ, ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਔਰ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਸਹਿਜਵੀਰ ਸਿੰਘ ਨਾਮ ਦਾ ਨੌਜਵਾਨ ਜਿਹੜਾ ਆ ਉਹ ਨਸ਼ਿਆਂ ਦਾ ਆਦੀ ਸੀਗਾ, ਔਰ ਲਗਾਤਾਰ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦਾ ਧਰਨਾ ਲੱਗਾ ਉਹਦੇ ਵਿੱਚ ਵੀ ਜਾਂਦਾ ਰਿਹਾ ਆ। ਹੋ ਸਕਦਾ ਹੈ, ਸੰਭਾਵਨਾ ਹੈ ਕਿ ਕਿਤੇ ਉੱਥੇ ਵੀ ਇਦਾਂ ਦੀ ਹਰਕਤ ਕਰਨ ਦੇ ਫਿਰਾਕ ਦੇ ਵਿੱਚ ਹੋਵੇਗਾ ਕਿ ਉੱਥੇ ਵੀ ਇਦਾਂ ਦੀ ਕੋਈ ਛੇੜਖਾਨੀ ਕੀਤੀ ਜਾਵੇ, ਤੇ ਜਿਹਦੇ ਨਾਲ ਉਹ ਸ਼ੰਭੂ ਬੈਰੀਅਰ ਦੇ ਉੱਤੇ ਜਿਹੜਾ ਧਰਨਾ ਲੱਗਾ ਕਿਸਾਨਾਂ ਦਾ ਉਹਨੂੰ ਕਿਸੇ ਤਰੀਕੇ ਨਾਲ ਤਾਰ ਪੀੜੋ ਕੀਤਾ ਜਾਵੇ। ਹੁਣ ਉਹਦੇ ਪਿੱਛੇ ਕੋਈ ਹੱਥ ਹੈ, ਜਾਂ ਨਸ਼ੇ ਦਾ ਆਦੀ ਹੋਣ ਕੇ ਸੱਚੀ ਉਹਦੀ ਬੁੱਧੀ ਭ੍ਰਸ਼ਟ ਹੋ ਗਈ ਸੀ, ਜਾਂ ਇਹਦੇ ਪਿੱਛੇ ਕਾਰਨ ਕੁਝ ਹੋਰ ਨੇ, ਇਹਦੇ ਬਾਰੇ ਸਪਸ਼ਟ ਰੂਪ ਦੇ ਵਿੱਚ ਅਸੀਂ ਨਹੀਂ ਕਹਿ ਸਕਦੇ। ਪਰ ਫਿਲਹਾਲ ਇੱਕ ਜਿਹੜਾ ਵੱਡਾ ਨੁਕਤਾ ਇਹਦੇ ਵਿੱਚ ਉਹ ਇਹ ਹੈ ਮਨਦੀਪ ਜੀ, ਕਿ ਇਸ ਵਿਅਕਤੀ ਤੋਂ, ਇਸ ਆਰੋਪੀ ਤੋਂ ਜਦੋਂ ਪੁੱਛਿਆ ਗਿਆ ਕਿ ਕਿਉਂ ਕੀਤਾ ਇਹ ਸਾਰਾ ਕੁਝ, ਤੇ ਇੱਕ ਅਹਿਮ ਗੱਲ ਇਹਨੇ ਕਹੀ ਹੈ ਕਿ ਮੈਂ ਜਿਹੜੀ ਹੈ ਇਹ ਸਾਰੀ ਗੱਲਬਾਤ ਜਿਹੜੀ ਆ ਉਹ ਤੁਹਾਡੇ ਨਾਲ ਨਹੀਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦੱਸਾਂਗਾ ਕਿ ਕਿਉਂ ਮੈਂ ਇਹ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਹੁਣ ਇਹ ਨੁਕਤਾ ਬਹੁਤ ਵੱਡਾ ਆ, ਇਹ ਹੁਣ ਸਹਿਜ ਸੁਭਾਅ ਨੇ ਕਹਿਤਾ, ਬਚਣ ਲਈ ਕਿਹਾ ਆ, ਜਾਂ ਫਿਰ ਕਾਰਨ ਕੁਝ ਇਹਦੇ ਪਿੱਛੇ ਹੋਰ ਨੇ। ਇਹ ਥੋੜਾ ਜਿਹਾ ਦੇਖਣ, ਸੋਚਣ, ਪਰਖਣ ਦੀ ਲੋੜ ਹੈ ਕਿ ਇਸ ਆਰੋਪੀ ਨੂੰ ਸੱਚਿਓ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਮਣੇ ਲਿਜਾਇਆ ਜਾਂਦਾ ਹੈ, ਪੁੱਛ ਪੜਤਾਲ ਕੀਤੀ ਜਾਂਦੀ ਹੈ, ਉਹਨੂੰ ਕੁਝ ਦੱਸਦਾ ਹੈ, ਉਹਦੇ ਵਿੱਚੋਂ ਕੁਝ ਨਿਕਲਦਾ ਹੈ, ਜਾਂ ਫਿਰ ਜਾਣ ਬੁੱਝ ਕੇ ਇਹ ਬਚਾਉਣ ਦੀ ਕੋਸ਼ਿਸ਼ ਕਰਦਿਆਂ ਹੀ ਸਹਿਜਵੀਰ ਨੇ ਇਹ ਗੱਲ ਕਹਿਤੀ ਆ। ਸੋ ਘਟਨਾ ਬਹੁਤ ਵੱਡੀ ਹੈ, ਇਹਦਾ ਕਰਕੇ ਜਿਹੜਾ ਆ ਉਹ ਜਾਮ ਵੀ ਲੱਗਾ ਰਿਹਾ ਮੁੱਖ ਮਾਰਗ ਦੇ ਉੱਤੇ। ਪਹਿਲੀ ਜਦੋਂ ਘਟਨਾ ਵਾਪਰੀ ਤੇ ਉਦੋਂ ਜਾਮ ਲਾ ਦਿੱਤਾ ਗਿਆ ਸਿੱਖ ਸੰਗਤ ਦੇ ਵੱਲੋਂ, ਫਿਰ ਸਮਝਾਇਆ ਗਿਆ ਉਹਨਾਂ ਨੂੰ, ਅਜੇ ਉੱਠਣ ਹੀ ਲੱਗੇ ਸੀ, ਪਤਾ ਲੱਗਾ ਦੂਜੇ ਪਿੰਡ ਦੇ ਵਿੱਚ ਫਿਰ ਇਹੀ ਘਟਨਾ ਵਾਪਰ ਗਈ ਹੈ ਤੇ ਦੁਬਾਰਾ ਫਿਰ ਉੱਥੇ ਧਰਨਾ ਲੱਗ ਗਿਆ। ਸੋ ਪਰਿਸਥਿਤੀਆਂ ਜਿਹੜੀਆਂ ਆ ਉਹ ਹੁਣ ਇੱਕ ਨਵਾਂ ਕਿਸਾਨ ਅੰਦੋਲਨ ਦੇ ਵਿੱਚ, ਯਾਦ ਰੱਖੋ ਤੁਹਾਨੂੰ ਵੀ ਚੇਤੇ ਹੋਏਗਾ, ਸਾਡੇ ਜਿਹੜੇ ਦਰਸ਼ਕ ਹੋਏਗਾ ਉਹਨਾਂ ਨੂੰ ਵੀ ਚੇਤੇ ਹੋਏਗਾ, 2015 ਦੇ ਵਿੱਚ ਵੀ ਕਿਸਾਨ ਅੰਦੋਲਨ ਹੀ ਚੱਲਿਆ ਸੀਗਾ। ਉਦੋਂ ਵੀ ਕਿਸਾਨਾਂ ਨੇ ਰੇਲਵੇ ਟਰੈਕ ਰੋਕਣ ਦਾ ਐਲਾਨ ਕੀਤਾ ਸੀ ਜਦੋਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸੀਗੀਆਂ, ਤੇ ਇਨ ਬਿਨ ਉਸੇ ਤਰੀਕੇ ਨਾਲ ਹੁਣ ਵੀ ਹੋ ਰਿਹਾ ਆ। ਹੁਣ ਵੀ ਕਿਸਾਨ ਅੰਦੋਲਨ ਚੱਲ ਰਿਹਾ, ਤੇ ਇਸ ਕਿਸਾਨ ਅੰਦੋਲਨ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਇੱਕ ਵਾਰ ਫੇਰ ਵਾਪਰੀਆਂ ਨੇ। ਥੋੜਾ ਜਿਹਾ ਮੈਨੂੰ ਲੱਗਦਾ ਕਿ ਪੰਜਾਬੀਆਂ ਨੂੰ ਥੋੜਾ ਸੰਭਲ ਕੇ ਰਹਿਣਾ ਪਏਗਾ, ਕਿਸਾਨ ਜਥੇਬੰਦੀਆਂ ਨੂੰ ਸੰਭਲ ਕੇ ਰਹਿਣਾ ਪਏਗਾ, ਗੁਰਦੁਆਰਾ ਸਾਹਿਬਾਨ ਦੇ ਜਿਹੜੇ ਪਾਠੀ ਸਿੰਘ ਨੇ ਉਹਨਾਂ ਨੂੰ ਆਪਣੀ ਡਿਊਟੀ ਥੋੜਾ ਜਿਹਾ ਤਨਦੇਹੀ ਨਾਲ ਨਿਭਾਉਣੀ ਪਏਗੀ, ਤੇ ਪੁਲਿਸ ਨੂੰ, ਖੁਫੀਆ ਏਜੰਸੀਆਂ ਨੂੰ ਥੋੜਾ ਜਿਹਾ ਚੇਤੰਨ ਰਹਿਣਾ ਪਏਗਾ। ਭਾਈ ਕਿਤੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ, ਇਹ ਸਾਰੀਆਂ ਚੀਜ਼ਾਂ ਆਪਣੇ ਧਿਆਨ ਦੇ ਵਿੱਚ ਰੱਖਣੀਆਂ ਪੈਣਗੀਆਂ, ਬਹੁਤ ਲਾਜ਼ਮੀ ਹੈ, ਕਿਉਂਕਿ ਪਰਿਸਥਿਤੀਆਂ ਪੰਜਾਬ ਦੇ ਵਿੱਚ ਜਿਹੜਾ ਉਹ ਪਹਿਲਾਂ ਵੀ ਸੰਗੀਨ ਹੋ ਚੁੱਕੀਆਂ ਨੇ। ਪੰਜਾਬ ਨੇ ਬਹੁਤ ਕੁਝ ਝੱਲਿਆ ਆ,
ਤੇ ਮੈਨੂੰ ਲੱਗਦਾ ਹੈ ਕਿ ਹੁਣ ਜਿੰਨਾ ਸੰਭਲਿਆ ਜਾਵੇ ਓਨਾ ਹੀ ਜ਼ਿਆਦਾ ਬਿਹਤਰ ਰਹੇਗਾ। ਬਹੁਤ ਕੁਝ ਹੋ ਵਾਪਰ ਰਿਹਾ ਇਸ ਸਮੇਂ, ਸਥਿਤੀਆਂ ਨੂੰ ਸੰਭਾਲਣ ਦੀ ਲੋੜ ਹੈ। ਥੋੜਾ ਦਿਆਨਤਦਾਰੀ ਨਾਲ ਸਰਕਾਰਾਂ, ਪੁਲਿਸ ਪ੍ਰਸ਼ਾਸਨ ਤੇ ਜਿਹੜੇ ਅੰਦੋਲਨਕਾਰੀ ਨੇ ਉਹਨਾਂ ਨੂੰ ਦਿਆਨਤਦਾਰੀ ਨਾਲ ਕੰਮ ਕਰਨਾ ਪਏਗਾ। ਫਿਲਹਾਲ ਆਪਾਂ ਜੀ ਥੋੜਾ ਜਿਹਾ ਇਧਰ ਮਾਹੌਲ ਜਿਹੜਾ ਆ ਅਮਰੀਕਾ ਦਾ ਉਹਦੇ ਬਾਰੇ ਆਪਾਂ ਮਨਦੀਪ ਜੀ ਨਾਲ ਦੀ ਨਾਲ ਗੱਲ ਕਰ ਲੈਂਦੇ ਹਾਂ, ਕਿਉਂਕਿ ਚਰਚਾ ਕਰਦਿਆਂ ਜਿਹੜਾ ਆ ਅਕਸਰ ਆਪਾਂ ਅਮਰੀਕਾ ਤੇ ਕੈਨੇਡਾ ਦੀ ਵੀ ਗੱਲ ਕਰਦੇ ਹਾਂ। ਪਤਾ ਲੱਗਾ ਕਿ ਟਰੰਪ ਸਾਹਿਬ ਨੇ ਕਰੋਨਾ ਤੋਂ ਠੀਕ ਹੋਣ ਤੋਂ ਬਾਅਦ ਆਪਣੀਆਂ ਚੋਣ ਰੈਲੀਆਂ ਆਰੰਭ ਦਿੱਤੀਆਂ ਨੇ, ਕਿਉਂਕਿ ਦਿਨ ਬਹੁਤ ਥੋੜੇ ਰਹਿ ਗਏ ਨੇ ਤੇ ਇਹਨਾਂ ਚੋਣ ਜੀ ਰੈਲੀਆਂ ਦੀ ਸ਼ੁਰੂਆਤ ਕਰਨ ਦੇ ਨਾਲ ਨਾਲ ਟਰੰਪ ਸਾਹਿਬ ਦਾ ਇੱਕ ਬਿਆਨ ਬੜਾ ਦਿਲਚਸਪ ਆਇਆ ਆ। ਉਹਨੂੰ ਦਿਲਚਸਪ ਜੀ ਕਹਿ ਲਈਏ, ਉਹਨੂੰ ਥੋੜਾ ਸ਼ਰਮਨਾਕ ਕਹਿ ਲਈਏ, ਜਾਂ ਫਿਰ ਓਵਰ ਕੌਨਫੀਡੈਂਟ ਹੋਣ ਵਾਲੀ ਗੱਲ ਕਹਿ ਦਈਏ। ਜੋ ਉਹਨਾਂ ਨੇ ਕਿਹਾ ਆ ਉਹ ਖਾਸਾ ਚਰਚਾ ਦਾ ਵਿਸ਼ਾ ਜ਼ਰੂਰ ਬਣ ਰਿਹਾ ਆ। ਕੀ ਕਿਹਾ ਆ ਮਨਦੀਪ ਜੀ ਉਹਨਾਂ ਨੇ, ਤੇ ਉਹਨੂੰ ਲੈ ਕੇ ਅਮਰੀਕਾ ਦਾ ਮਾਹੌਲ ਕਿਹੋ ਜਿਹਾ ਤੇ ਅਮਰੀਕੀ ਜਿਹੜੇ ਆ ਉਹ ਕਿਦਾਂ ਉਸ ਬਿਆਨ ਨੂੰ ਲੈ ਰਹੇ ਆ? ਅਸਲ 'ਚ ਜੋ ਉਹਨਾਂ ਨੇ ਕਿਹਾ ਉਹ ਬਿਆਨ ਕਰਨਾ ਥੋੜਾ ਜਿਹਾ ਔਖਾ ਹੈ। ਸ਼ਬਦਾਂ ਦੀ ਚੋਣ ਕਈ ਵਾਰੀ ਬੜੀ ਸੰਜੀਦਗੀ ਨਾਲ ਕਰਨੀ ਪੈਂਦੀ ਆ। ਜੋ ਟਰੰਪ ਸਾਹਿਬ ਕਹਿ ਦਿੰਦੇ ਆ। ਜੀ ਖੈਰ ਹਲੇ ਉਹਨਾਂ ਨੂੰ ਕੋਵਿਡ ਹੋ ਕੇ ਹਟਿਆ ਤੇ ਹੁਣੇ ਟਰੰਪ ਸਾਹਿਬ ਨੇ ਜਿਹੜੀਆਂ ਵਾ ਉਹ ਵੱਡੀਆਂ ਵੱਡੀਆਂ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਔਰ ਏਦਾਂ ਦੀ ਇੱਕ ਜਿਹੜੀ ਰੈਲੀ ਸੀ ਉਹ ਅੱਜ ਟਰੰਪ ਸਾਹਿਬ ਵੱਲੋਂ ਕੀਤੀ ਗਈ ਆ। ਔਰ ਉੱਥੇ ਸਿਰਫ ਟਰੰਪ ਸਾਹਿਬ ਨਹੀਂ, ਹਾਲਾਂਕਿ ਉਹਨਾਂ ਨੇ ਕੋਈ ਮਾਸਕ ਨਹੀਂ ਪਾਇਆ ਹੋਇਆ ਸੀ, ਕੋਈ ਕੁਛ ਨਹੀਂ ਕੀਤਾ ਹੋਇਆ ਸੀ। ਔਰ ਇਸ ਤੋਂ ਅੱਗੇ ਜਿਹੜੇ ਉਹਨਾਂ ਦੇ ਸਮਰਥਕ ਸੀਗੇ ਉੱਥੇ ਕੁਛ ਵੀ ਮੰਨ ਲਓ ਕਿ ਏਦਾਂ ਦਾ ਨਜ਼ਰ ਨਹੀਂ ਆ ਰਿਹਾ ਸੀ ਕਿ ਇਸ ਦੁਨੀਆ 'ਚ ਇਸ ਵਕਤ ਕਰੋਨਾ ਵਾਇਰਸ ਵਰਗੀ ਕੋਈ ਬਿਮਾਰੀ ਚੱਲ ਰਹੀ ਆ। ਜਿਸ ਤਰ੍ਹਾਂ ਆਮ ਰੂਟੀਨ ਦੇ ਵਿੱਚ ਅੱਗੇ ਪਹਿਲਾਂ ਰੈਲੀਆਂ ਹੁੰਦੀਆਂ ਸੀ, ਇੱਕ ਦੂਏ ਦੇ ਮੋਢੇ ਨਾਲ ਮੋਢਾ ਜੋੜ ਕੇ ਲੋਕ ਖੜੇ ਹੋਏ ਸੀ, ਉਦਾਂ ਹੀ ਚੀਕਾਂ ਮਾਰ ਰਹੇ ਸੀ। ਕਿਸੇ ਨੇ ਕੋਈ ਮਾਸਕ ਨਹੀਂ ਪਾਇਆ ਹੋਇਆ ਸੀ, ਬਹੁਤ ਘੱਟ ਲੋਕ ਸੀ ਜਿਨ੍ਹਾਂ ਨੇ ਮਾਸਕ ਪਾਏ ਹੋਏ ਸੀ। ਪਰ ਖਾਸ ਕਰਕੇ ਜਿਹੜੇ ਟਰੰਪ ਸਾਹਿਬ ਦੇ ਸਮਰਥਕ ਹੋਣਗੇ, ਜਦ ਟਰੰਪ ਸਾਹਿਬ ਖੁਦ ਨਹੀਂ ਮਾਸਕ ਪਾਉਂਦੇ, ਫਿਰ ਉਹਨਾਂ ਦੇ ਜਿਹੜੇ ਸਮਰਥਕ ਆ ਉਹਨਾਂ ਨੇ ਤਾਂ ਉਹਨਾਂ ਦੀ ਗੱਲ ਮੰਨਣੀ ਹੋਈ ਆ। ਪੂਰੀ ਮੀਡੀਆ 'ਚ ਚਰਚਾ ਇਹ ਹੋ ਰਹੀ ਹੈ ਕਿ ਟਰੰਪ ਸਾਹਿਬ ਜਿਹੜੇ ਆ ਉਹਨਾਂ ਨੂੰ ਹਲੇ ਬਾਹਰ ਨਹੀਂ ਨਿਕਲਣਾ ਚਾਹੀਦਾ, ਲੋਕਾਂ 'ਚ ਨਹੀਂ ਜਾਣਾ ਚਾਹੀਦਾ, ਕਿਉਂਕਿ ਕੋਵਿਡ ਪ੍ਰਤੀ ਜਿਹੜਾ ਹਲੇ ਵੀ ਜਿਹੜੀ ਸ਼ੰਕਾ ਹੈ ਉਹ ਬਰਕਰਾਰ ਹੈ। ਪਰ ਟਰੰਪ ਸਾਹਿਬ ਨੇ ਦਾਅਵਾ ਕੀਤਾ, ਕਹਿੰਦੇ ਉਹ ਬਿਲਕੁਲ ਠੀਕ ਨੇ। ਡਾਕਟਰਾਂ ਨੇ ਉਹਨਾਂ ਨੂੰ ਕਲੀਨ ਚਿੱਟ ਦੇਤੀ ਆ। ਔਰ ਉਸ ਰੈਲੀ ਵਿੱਚ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਤਾਂ ਕਹਿੰਦਾ ਇੱਥੇ ਇਕੱਲੇ ਇਕੱਲੇ ਨੂੰ ਚੁੰਮਣ ਤੱਕ ਦੇ ਸਕਦਾ ਹਾਂ, ਤਾਂ ਕਿ ਮੈਨੂੰ ਡਾਕਟਰਾਂ ਨੇ ਵੀ ਕਿਹਾ ਵੀ ਤਾਂ ਵੀ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਤੇਰੇ ਤੋਂ ਹੋਣੀ। ਸੋ ਇਸ ਤਰ੍ਹਾਂ ਜਿਹੜੇ ਬਿਆਨ ਜੀ ਆ ਰਹੇ ਨੇ। ਇਸੇ ਦੌਰਾਨ ਜਿਹੜਾ ਵਾ ਜਿਹੜੇ ਲਗਾਤਾਰ ਸਰਵੇ ਵੀ ਨਾਲ ਨਾਲ ਚੱਲ ਰਹੇ ਨੇ। ਸਰਵੇ ਵਿੱਚ ਲਗਾਤਾਰ ਟਰੰਪ ਸਾਹਿਬ ਜਿਹੜੇ ਉਹ ਪਿਛੜਦੇ ਨਜ਼ਰ ਆ ਰਹੇ ਨੇ। ਖਾਸ ਕਰਕੇ ਜੀ ਜਿਹੜੀ ਅੱਜ ਇੱਕ ਖਬਰ ਸਾਹਮਣੇ ਆਈ ਹੈ ਕਿ ਇੱਕ ਬਹੁਤ ਅਹਿਮ ਸੂਬਾ ਮੰਨਿਆ ਜਾਂਦਾ ਵਾ ਚੋਣਾਂ ਦੇ ਵਿੱਚ ਮਿਸ਼ੀਗਨ, ਉੱਥੋਂ ਵੀ ਜਿਹੜਾ ਵਾ ਹੁਣ ਜੀ ਟਰੰਪ ਸਾਹਿਬ 6 ਅੰਕਾਂ ਨਾਲ ਜਿਹੜੇ ਆ ਜੋ ਬਾਈਡਨ ਤੋਂ ਪਿਛੜਦੇ ਜਿਹੜੇ ਨਜ਼ਰ ਆ ਰਹੇ ਨੇ। ਸੋ ਕਿਤੇ ਨਾ ਕਿਤੇ ਜਿਹੜੀ ਸਿਆਸਤ ਹੈ, ਕਿਉਂਕਿ ਹੁਣ ਤਾਂ ਦਿਨ ਵੀ ਥੋੜੇ ਰਹਿ ਗਏ ਜੀ, 3 ਨਵੰਬਰ ਨੂੰ ਵੋਟਾਂ ਹੋਣੀਆਂ ਨੇ। ਔਰ ਸਿਆਸਤ ਜਿਹੜੀ ਆ ਅਮਰੀਕਾ ਦੇ ਵਿੱਚ ਜਿਹੜੀ ਆ ਲਗਾਤਾਰ ਇਸ ਵਕਤ ਭਖ ਰਹੀ ਆ। ਔਰ ਟਰੰਪ ਸਾਹਿਬ ਮੁੜ ਕੇ ਚੋਣ ਮੈਦਾਨ 'ਚ ਆ ਗਏ ਨੇ। ਕਰੋਨਾ ਦੇ ਤੋਂ ਇੰਨੀ ਮੇਰੇ ਖਿਆਲ ਨਾਲ ਤੇਜ਼ ਉਹਨਾਂ ਦੀ ਵਾਪਸੀ ਹੋਈ ਆ। ਔਰ ਇਸ ਜੀ ਵਕਤ ਵੱਡੀਆਂ ਵੱਡੀਆਂ ਚੋਣ ਰੈਲੀਆਂ ਜਿਵੇਂ ਅੱਜ ਕੀਤੀਆਂ, ਔਰ ਉਮੀਦ ਹੈ ਕਿ ਹੁਣ ਆਉਣ ਵਾਲੇ ਦਿਨਾਂ 'ਚ ਏਦਾਂ ਹੀ ਇਹਨਾਂ ਦੀਆਂ ਰੈਲੀਆਂ ਚੱਲਣਗੀਆਂ। ਜੀ 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 ਬਿਲਕੁਲ। ਜਾਣੀ ਕਿ ਮਾਹੌਲ ਪੂਰਾ ਭਖਿਆ ਪਿਆ। ਇਸ ਮਾਹੌਲ ਦੇ ਵਿੱਚ ਕਹਿ ਸਕਦੇ ਹਾਂ ਕਿ ਜਿੱਦਾਂ ਸਾਡੇ ਇੱਥੇ ਕਈ ਵਾਰੀ ਇਦਾਂ ਦੀਆਂ ਬਿਆਨਬਾਜ਼ੀਆਂ ਹੋ ਜਾਂਦੀਆਂ ਜਿਹੜੀਆਂ ਸੁਰਖੀਆਂ ਦਾ ਹਿੱਸਾ ਬਣਦੀਆਂ ਨੇ, ਉਦਾਂ ਹੀ ਟਰੰਪ ਸਾਹਿਬ ਦੀਆਂ ਬਿਆਨਬਾਜ਼ੀਆਂ ਵੀ ਖੂਬ ਸੁਰਖੀਆਂ ਦਾ ਹਿੱਸਾ। ਵੈਸੇ ਤਾਂ ਟਰੰਪ ਹੋਰੀ ਵੈਸੇ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ, ਪਰ ਕੁੱਲ ਮਿਲਾ ਕੇ ਜਿਹੜੇ ਸਰਵੇ ਦੱਸਦੇ ਨੇ ਉਹ ਕੋਈ ਬਹੁਤੇ ਸੁਖਾਵੇਂ ਨਹੀਂ ਆ। ਕੀ ਇਹਨਾਂ ਜੀ ਸਰਵੇਜ਼ ਨੂੰ ਲੈ ਕੇ ਜੋ ਕੁਝ ਹੋ ਰਿਹਾ, ਜਿਸ ਤਰੀਕੇ ਨਾਲ ਟਰੰਪ ਹੋਰਾਂ ਨੂੰ ਪਿੱਛੇ ਦੱਸਿਆ ਜਾ ਰਿਹਾ, ਇਹਨੂੰ ਲੈ ਕੇ ਵੀ ਇਹਨਾਂ ਰੈਲੀਆਂ ਦੇ ਵਿੱਚ ਕੋਈ ਟੀਕਾ ਟਿੱਪਣੀ ਡੋਨਾਲਡ ਟਰੰਪ ਵੱਲੋਂ ਕੀਤੀ ਜਾਂਦੀ ਹੈ, ਜਾਂ ਇਗਨੋਰ ਕਰ ਰਿਹਾ ਇਹਨਾਂ ਸਰਵੇ ਨੂੰ, ਜਾਂ ਉਹਨਾਂ ਦੇ ਵਿੱਚ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਨੂੰ, ਤੇ ਆਪਣੀ ਧੁਨ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ? ਨਹੀਂ, ਟਰੰਪ ਸਾਹਿਬ ਦੀ ਇਸ ਗੱਲੋਂ ਜਿਹੜੀ ਹੈਗੀ ਆ ਕਿ ਉਹ ਕਦੇ ਕਿਸੇ ਮੀਡੀਆ ਦੀ ਖਬਰ ਨੂੰ ਜਿਹੜਾ ਉਹ ਇਗਨੋਰ ਨਹੀਂ ਕਰਦੇ। ਇੱਥੋਂ ਤੱਕ ਮੈਨੂੰ ਲੱਗਦਾ ਕਿ ਜੀ ਸ਼ਾਇਦ ਪਹਿਲੇ ਅਮਰੀਕਾ ਦੇ ਇਹੋ ਜਿਹੇ ਰਾਸ਼ਟਰਪਤੀ ਆ ਪੱਤਰਕਾਰਾਂ ਨੂੰ ਆਪਣੀ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਟਵਿੱਟਰ ਤੇ ਟੈਗ ਕਰ ਕਰਕੇ ਜੇ ਕਿਸੇ ਦੀ ਉਹਨਾਂ ਦੇ ਹੱਕ 'ਚ ਗੱਲ ਹੈ ਉਹਦੀ ਤਾਰੀਫ ਕਰਦੇ। ਜੇ ਕੋਈ ਉਹਨਾਂ ਦੀ ਆਲੋਚਨਾ ਕਰਦਾ ਤੇ ਉਹਨਾਂ ਨੂੰ ਉਹ ਫੇਕ ਜਰਨਲਿਸਟ ਜਾਂ ਕੁਛ ਹੋਰ, ਜਾਂ ਉਹਨੂੰ ਡੈਮੋਕ੍ਰੇਟਿਕ ਜਾਂ ਵਿਰੋਧੀ ਪਾਰਟੀ ਦਾ ਸਪੋਰਟਰ ਕੁਛ ਨਾ ਕੁਛ ਉਹ ਜਿਹੜਾ ਤਗਮਾ ਮੈਡਲ ਹੈ ਉਹ ਦਿੰਦੇ ਰਹਿੰਦੇ ਆ। ਤੇ ਇਸੇ ਤਰ੍ਹਾਂ ਇਹਨਾਂ ਜੀ ਸਰਵੇਆਂ ਨੂੰ ਵੀ ਜਿਹੜਾ ਵਾ ਇਸ ਵਕਤ ਟਰੰਪ ਸਾਹਿਬ ਇਹ ਕਹਿ ਰਹੇ ਕਿ ਇਹ ਸਾਰੇ ਫੇਕ ਸਰਵੇ ਆ। ਉਹਨਾਂ ਕਹਿੰਦੇ ਕਿ ਮੈਂ ਤਾਂ ਪਿਛਲੇ ਇਲੈਕਸ਼ਨ ਵਿੱਚ ਵੀ ਚੋਣ ਹਾਰ ਹੀ ਰਿਹਾ ਸੀ ਸਰਵੇ ਵਿੱਚ, ਦੇਖੋ ਮੈਂ ਹੁਣ 4 ਸਾਲ ਕੱਢ ਗਿਆ ਰਾਸ਼ਟਰਪਤੀ ਦੇ। ਏਦਾਂ ਹੀ ਉਹ ਕਹਿੰਦੇ ਆ ਕਿ ਜਿੱਤ ਜਿਹੜੀ ਆ ਬਿਲਕੁਲ ਪੱਕੀ ਆ ਮੇਰੀ। ਉਹ ਕਹਿੰਦੇ ਕਿ ਜੋ ਬਾਈਡਨ ਸਿਰਫ ਇੱਕੋ ਹਾਲਤ ਵਿੱਚ ਜਿੱਤ ਸਕਦੇ ਆ ਕਿ ਜੇਕਰ ਜਿਹੜੀ ਆ ਚੋਣ ਮੇਲ ਬੈਲਟ ਹੈ, ਜੇ ਇਹਦੇ ਵਿੱਚ ਧੋਖਾਧੜੀ ਹੋਈ ਆ, ਫੇਰ ਕਹਿੰਦੇ ਜਾ ਕੇ ਕਿਤੇ ਜੋ ਬਾਈਡਨ ਜਿੱਤਣਗੇ। ਨਹੀਂ ਤਾਂ ਕਹਿੰਦੇ ਆ ਕਿ ਸਰਕਾਰ ਦੁਬਾਰਾ ਉਹਨਾਂ ਦੀ ਆ ਰਹੀ ਆ। ਔਰ
ਉਹ ਇੱਥੋਂ ਤੱਕ ਵੀ ਕਹਿ ਚੁੱਕੇ ਆ ਕਿ ਜੇਕਰ ਉਹ ਚੋਣ ਹਾਰਦੇ ਆ, ਹੋ ਸਕਦਾ ਕਿ ਕੁਝ ਜਿਹੜੀਆਂ ਗੱਲਾਂ ਦਾ ਫੈਸਲਾ ਆ ਉਹ ਸੁਪਰੀਮ ਕੋਰਟ ਵਿੱਚ ਜਾ ਕੇ ਹੋਵੇ। ਨਵੇਂ ਜੱਜ ਦੀ ਜੀ ਨਿਯੁਕਤੀ ਉੱਥੇ ਹੋ ਚੁੱਕੀ ਆ, ਔਰ ਉਹਦੇ ਉੱਤੇ ਕਾਫੀ ਸਿਆਸਤ ਗਰਮਾਈ ਹੋਈ ਸੀ ਕਿ ਜੱਜ ਦੀ ਨਿਯੁਕਤੀ ਹੱਲੇ ਨਹੀਂ ਹੋਣੀ ਚਾਹੀਦੀ, ਜਿਹੜਾ ਨਵਾਂ ਰਾਸ਼ਟਰਪਤੀ ਆਊਗਾ ਉਹ ਆਪੇ ਹੀ ਆ ਕੇ ਜੱਜ ਦੀ ਨਿਯੁਕਤੀ ਕਰ ਦੂਗਾ। ਪਰ ਉਹਨਾਂ ਨੇ ਜਿਹੜੀ ਜੱਜ ਦੀ ਨਿਯੁਕਤੀ ਵੀ ਕਰ ਜੀ ਦਿੱਤੀ ਆ। ਸੋ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ 'ਚ, ਤੱਕ ਪਹਿਲਾਂ ਵੀ ਮੈਂ ਇਹ ਗੱਲ ਸਾਂਝੀ ਕੀਤੀ ਸੀ ਕਿ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਆਪਾਂ ਬਹੁਤ ਦਿਲਚਸਪ ਖਬਰਾਂ ਜਿਹੜੀਆਂ ਦਰਸ਼ਕਾਂ ਨਾਲ ਸਾਂਝੀਆਂ ਕਰਾਂਗੇ। ਖੈਰ ਜਸਵੀਰ ਜੀ, ਜੀ ਜਦੋਂ ਗੱਲ ਦੁਬਾਰਾ ਵਾਪਸ ਆਉਂਦੇ ਆ, ਕੇਂਦਰ ਵੱਲੋਂ ਸੁਣਿਆ ਇੱਕ ਹੋਰ ਸੱਦਾ ਭੇਜਿਆ ਗਿਆ ਸੀ ਤੇ ਹੁਣ ਕਿਸਾਨ ਦੀ ਮੀਟਿੰਗ ਵੀ ਹੋ ਰਹੀ ਹੈ ਇਸ ਮੁੱਦੇ ਤੇ। ਸੁਣਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਜਿਹੜੀ ਇੱਕ ਕਮੇਟੀ ਬਣਾ ਕੇ ਮੀਟਿੰਗਾਂ ਕਰਨ ਦੀ ਤਿਆਰੀ ਕੀਤੀ ਜਾ ਰਹੀ ਆ। ਇਹ ਸਾਰਾ ਮਾਮਲਾ ਹੁਣ ਕਿੱਥੇ ਤੱਕ ਪਹੁੰਚਿਆ? ਬਿਲਕੁਲ, ਕੇਂਦਰ ਸਰਕਾਰ ਦੀ ਜਿਹੜੀ ਦੂਸਰੀ ਚਿੱਠੀ ਆਪਾਂ ਜ਼ਿਕਰ ਕੀਤਾ ਸੀ ਕਿ 2 ਚਿੱਠੀਆਂ ਲਿਖ ਚੁੱਕਾ। ਕੇਂਦਰ ਸਰਕਾਰ ਨਹੀਂ ਦਰਅਸਲ ਚਿੱਠੀਆਂ ਲਿਖ ਰਹੀ, ਇਹ ਕੇਂਦਰੀ ਜੀ ਖੇਤੀ ਮੰਤਰਾਲਾ ਹੀ ਚਿੱਠੀਆਂ ਲਿਖ ਰਿਹਾ ਹੈ। ਇਸੇ ਗੱਲ ਦਾ ਜੀ ਇਤਰਾਜ਼ ਜਿਹੜਾ ਆ ਉਹ ਕਿਸਾਨਾਂ ਨੂੰ ਹੈ ਵੀ ਹੈ ਕਿ ਭਾਈ ਮਹਿਕਮਾ ਭੇਜ ਰਿਹਾ ਸਾਨੂੰ ਚਿੱਠੀਆਂ, ਸਰਕਾਰ ਤਾਂ ਭੇਜ ਹੀ ਨਹੀਂ ਰਹੀ, ਸਰਕਾਰ ਤਾਂ ਗੱਲ ਹੀ ਜੀ ਨਾ ਕਰਨਾ ਚਾਹੁੰਦੀ। ਤੇ ਚਿੱਠੀਆਂ ਦੇ ਵਿੱਚ ਜਿਹੜੀਆਂ ਵਿਭਾਗ ਵੱਲੋਂ ਆਉਂਦੀਆਂ ਨੇ ਉਹੀ ਗੱਲ ਲਿਖੀ ਹੁੰਦੀ ਹੈ ਕਿ ਇਹ ਬਹੁਤ ਫਾਇਦੇਮੰਦ ਆ, ਆਓ ਅਸੀਂ ਤੁਹਾਨੂੰ ਸਮਝਾਉਂਦੇ ਆ ਕਿ ਇਹਦੇ ਕੀ ਕੀ ਨਫੇ ਹੈਗੇ ਆ, ਨੁਕਸਾਨ ਇਹਦਾ ਕੋਈ ਜੀ ਨਹੀਂ ਆ। ਉਸੇ ਗੱਲ ਦਾ ਜੀ ਇਤਰਾਜ਼ ਹੈ। ਅੱਜ ਇਸ ਦੂਸਰੇ ਸੱਦੇ ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ। ਹਾਲਾਂਕਿ ਇਹ ਮੀਟਿੰਗ ਪਹਿਲਾਂ ਜਲੰਧਰ ਦੇ ਵਿੱਚ ਹੋਣੀ ਸੀਗੀ, ਪਰ ਪੰਜਾਬ ਸਰਕਾਰ ਨੇ ਇੱਕ ਵੱਖਰੀ ਆਪਣੀ ਕਮੇਟੀ ਬਣਾਤੀ ਹੈ ਨਾਲ ਇਹਨਾਂ ਨਾਲ ਗੱਲਬਾਤ ਕਰਨ ਲਈ। ਇਸ ਕਰਕੇ ਇਸ ਮੀਟਿੰਗ ਨੂੰ ਅੱਜ ਚੰਡੀਗੜ੍ਹ ਦੇ ਵਿੱਚ ਰੱਖਿਆ ਗਿਆ ਔਰ ਪੰਜਾਬ ਸਰਕਾਰ ਦੇ ਵੱਲੋਂ ਤ੍ਰਿਪਤ ਰਜਿੰਦਰ ਬਾਜਵਾ ਇਸ ਮੀਟਿੰਗ ਜਿਹੜੀ ਕਮੇਟੀ ਬਣਾਈ ਹੈ ਪੰਜਾਬ ਸਰਕਾਰ ਦੀ ਉਹਦੇ ਵਿੱਚ ਸ਼ਾਮਲ ਨੇ। ਸੁਖਜਿੰਦਰ ਸਿੰਘ ਰੰਧਾਵਾ ਨੇ, ਸੁਖਬਿੰਦਰ ਸਿੰਘ ਜੀ ਸੁਖ ਸਰਕਾਰੀਆ ਨੇ, ਇਹ 3 ਜਿਹੜੇ ਮੰਤਰੀ ਨੇ ਇਹਨਾਂ ਨੂੰ ਇਸ ਕਮੇਟੀ ਦੇ ਵਿੱਚ ਰੱਖਿਆ ਗਿਆ। ਅੱਜ ਜਿਹੜੀ ਮੀਟਿੰਗ ਹੋਣੀ ਹੈ ਇਸ ਮੀਟਿੰਗ ਦੇ ਵਿੱਚ ਇਹ 3 ਮੰਤਰੀ ਵੀ ਮੌਜੂਦ ਰਹਿਣਗੇ। ਉਸ ਤੋਂ ਬਾਅਦ ਦੇਖਿਆ ਜਾਏਗਾ, ਫੈਸਲਾ ਲਿਆ ਜਾਏਗਾ ਕਿ ਹੁਣ ਜਿਹੜਾ ਆ ਕੇਂਦਰ ਸਰਕਾਰ ਨਾਲ ਗੱਲ ਕੀਤੀ ਜਾਵੇ, ਇਸ ਚਿੱਠੀ ਦਾ ਕੋਈ ਜਵਾਬ ਦਿੱਤਾ ਜਾਵੇ, ਗੱਲਬਾਤ ਨੂੰ ਅੱਗੇ ਜੀ ਵਧਾਇਆ ਜਾਵੇ ਜਾਂ ਨਹੀਂ। ਦਰਅਸਲ ਇਹ ਜਿਹੜੀ ਜੀ 3 ਮੰਤਰੀਆਂ ਦੀ ਕਮੇਟੀ ਹੈ, ਇਸ ਕਮੇਟੀ ਦਾ ਕੰਮ ਇਹ ਹੈ ਕਿ ਕਿਸਾਨਾਂ ਨੂੰ ਇਸ ਗੱਲ ਲਈ ਮਨਾਇਆ ਜਾਵੇ ਕਿ ਘੱਟੋ ਘੱਟ ਮਾਲ ਗੱਡੀਆਂ ਦੇ ਲਈ ਰੇਲਵੇ ਟਰੈਕ ਛੱਡ ਦਿੱਤੇ ਜਾਣ, ਤਾਂ ਕਿ ਜਿਹੜੀਆਂ ਜੀ ਗੱਲਾਂ ਆਪਾਂ ਪਿਛਲੇ ਦਿਨਾਂ ਦੇ ਪ੍ਰੋਗਰਾਮ ਦੇ ਵਿੱਚ ਕੀਤੀਆਂ ਸੀਗੀਆਂ ਕਿ ਖਾਦ ਦੀ ਕਮੀ ਜਿਹੜੀ ਆ ਉਹ ਆ ਰਹੀ ਆ, ਅਨਾਜ ਗੋਦਾਮਾਂ 'ਚ ਪਿਆ, ਉਹਨਾਂ ਗੋਦਾਮਾਂ ਨੂੰ ਖਾਲੀ ਕਰਨ ਲਈ ਅਨਾਜ ਭੇਜਿਆ ਜਾਣਾ ਆ। ਫਿਰ ਸ਼ੰਕੇ ਜਤਾਏ ਗਏ ਕਿ ਕੋਲਾ ਖਤਮ ਹੋ ਗਿਆ ਆ, ਥਰਮਲ ਪਲਾਂਟਾਂ ਦੇ ਕੋਲੋਂ ਬਿਜਲੀ ਗੁੱਲ ਹੋ ਜਾਏਗੀ, ਬਲੈਕਆਊਟ ਹੋ ਜਾਏਗਾ ਪੰਜਾਬ 'ਚ, ਇਸ ਕਰਕੇ ਕੋਲੇ ਦੀ ਆਮਦ ਹੋਣ ਦਿੱਤੀ ਜਾਵੇ। ਸੋ ਉਹਨੂੰ ਲੈ ਕੇ ਵੀ ਜਿਹੜੀ ਆ ਉਹ ਚਰਚਾ ਕੀਤੀ ਜਾਏਗੀ। ਪੰਜਾਬ ਸਰਕਾਰ ਦੀ ਕਮੇਟੀ ਜਿਹੜੀ ਆ ਇਸ ਬਾਰੇ ਚਰਚਾ ਕਰੇਗੀ ਕਿਸਾਨ ਜਥੇਬੰਦੀਆਂ ਨਾਲ, ਤੇ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਲੈਣਾ ਆ ਕਿ ਕੇਂਦਰ ਵੱਲੋਂ ਆਈ ਚਿੱਠੀ ਦਾ ਜਵਾਬ ਦੇਣਾ ਆ ਜਾਂ ਜੀ ਨਹੀਂ ਦੇਣਾ। ਇੱਕ ਪਾਸੇ ਇਹ ਚੀਜ਼ਾਂ ਚੱਲਦੀਆਂ ਪਈਆਂ ਨੇ ਮਨਦੀਪ ਜੀ, ਦੂਜੇ ਪਾਸੇ ਸਿਆਸਤ ਬੜੀ ਗਰਮਾਈ ਹੋਈ ਆ ਔਰ ਇਸ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਉਹ ਦਿੱਲੀ ਦੇ ਜੰਤਰ ਮੰਤਰ 'ਚ ਧਰਨਾ ਲਾਈ ਬੈਠੀ ਹੈ। ਕੱਲ ਅਰਵਿੰਦ ਕੇਜਰੀਵਾਲ ਹੋਰਾਂ ਨੇ ਉਸ ਧਰਨੇ ਨੂੰ ਸੰਬੋਧਨ ਕੀਤਾ, ਸਿੱਧੇ ਨਿਸ਼ਾਨੇ ਬਿੰਨੇ ਮੋਦੀ ਸਰਕਾਰ ਦੇ ਉੱਤੇ ਕਿ ਕਿਸਾਨ ਜਿਹੜੇ ਜ਼ਮੀਨ ਦੇ ਮਾਲਕ ਨੇ ਉਹਨਾਂ ਨੂੰ ਮੋਦੀ ਸਰਕਾਰ ਜਿਹੜੀ ਆ ਉਹ ਮਜ਼ਦੂਰ ਬਣਾਉਣਾ ਚਾਹੁੰਦੀ ਹੈ, ਕਾਰਖਾਨਿਆਂ ਦੇ ਜੀ ਮਜ਼ਦੂਰ ਬਣਾਉਣਾ ਚਾਹੁੰਦੀ ਹੈ, ਉਹਨਾਂ ਨੂੰ ਮਾਲਕ ਖੇਤਾਂ ਦੇ ਜਿਹੜੇ ਉਹ ਨਹੀਂ ਰਹਿਣ ਦੇਣਾ ਚਾਹੁੰਦੀ। ਇੱਧਰ ਦੂਜੇ ਪਾਸੇ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਨਵਾਂ ਐਲਾਨ ਕਰ ਦਿੱਤਾ। ਉਹ ਕਹਿੰਦੇ ਜੇ 7 ਦਿਨਾਂ ਦੇ ਅੰਦਰ ਅੰਦਰ ਕੈਪਟਨ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਨਾ ਬੁਲਾਇਆ, ਉਹਦੇ ਵਿੱਚ ਇਹਨਾਂ ਕਾਨੂੰਨਾਂ ਦੇ ਖਿਲਾਫ ਮਤਾ ਪਾਸ ਨਾ ਕੀਤਾ, ਤੇ ਅਸੀਂ ਭਾਈ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰ ਲੈਣਾ। ਇੱਕ ਗੱਲ ਬੜੀ ਦਿਲਚਸਪ ਆ, ਸੁਖਬੀਰ ਬਾਦਲ ਮੈਨੂੰ ਲੱਗਦਾ ਹੈ ਕਿ ਨਕਲ ਮਾਰਨ ਦੇ ਵਿੱਚ ਬੜੇ ਮਾਹਰ ਹੁੰਦੇ ਜਾ ਰਿਹਾ। ਪਹਿਲਾਂ ਜੀ ਜਦੋਂ ਸੰਸਦ ਦੇ ਵਿੱਚ ਇਹਨਾਂ ਬਿੱਲਾਂ ਦੇ ਉੱਤੇ ਇਹਨਾਂ ਨੂੰ ਕਾਨੂੰਨ ਬਣਾਉਣ ਦੇ ਵੱਲ, ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣ ਦੇ ਵੱਲ ਚੱਲਦਾ ਪਿਆ ਸੀ ਸਿਲਸਿਲਾ, ਤੇ ਜਦੋਂ ਉੱਥੇ ਸੁਖਬੀਰ ਬਾਦਲ ਬੋਲੇ ਤੇ ਉਹਨਾਂ ਨੇ ਉਦਾਹਰਣ ਕਿਹੜੀ ਦਿੱਤੀ ਸੀਗੀ? ਜੀਓ ਵਾਲੀ ਉਦਾਹਰਣ ਦਿੱਤੀ ਸੀ। ਉਹ ਉਦਾਹਰਣ ਜਿਹੜੀ ਭਗਵੰਤ ਮਾਨ ਕਈ ਵਾਰੀ ਦੇ ਚੁੱਕਾ ਹੈ ਇੱਥੇ ਕਿ ਇਦਾਂ ਹੁੰਦੀ ਹੈ, ਜੀ ਪਹਿਲਾਂ ਮੁਫਤ ਦਿੱਤਾ ਜਾਂਦਾ ਹੈ, ਫਿਰ ਬਾਕੀਆਂ ਨੂੰ ਖਤਮ ਕਰਕੇ ਆਪਣੀ ਮਰਜ਼ੀ ਕੀਤੀ ਜਾਂਦੀ ਹੈ। ਉਹ ਉਦਾਹਰਣ ਦਿੱਤੀ, ਉਹਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ। ਫਿਰ ਕਿਸਾਨਾਂ ਨੇ 25 ਤਰੀਕ ਦੇ ਪੰਜਾਬ ਬੰਦ ਦਾ ਸੱਦਾ ਦਿੱਤਾ ਤੇ ਉਹੀ ਨਕਲ ਮਾਰ ਕੇ ਉਸੇ ਹੀ ਬੰਦ ਦੇ ਵਿੱਚ ਜਿਹੜੀ ਆ ਉਹ ਆਪਣੇ ਕਹਿ ਸਕਦੇ ਕਿ ਝੰਡੇ 'ਚ ਡੰਡਾ ਫਸਾ ਕੇ ਬਹਿ ਗਏ ਕਿ ਅਸੀਂ ਵੀ 25 ਤਰੀਕ ਨੂੰ ਜੀ ਚੱਕਾ ਜਾਮ ਕਰ ਰਹੇ ਹਾਂ। ਜਾਮ ਹੋਏ ਚੱਕੇ ਨੂੰ ਹੀ ਜਾਮ ਕਰਨ ਦੀ ਘੋਸ਼ਣਾ ਕਰ ਦਿੱਤੀ ਸੀ। ਕਿੱਦਾਂ ਦੇ ਧਰਨੇ ਲੱਗੇ ਸੀ ਇਹ ਵੀ ਆਪਾਂ ਚਰਚਾ ਕਰ ਚੁੱਕੇ ਆ। ਹੁਣ ਕੀ ਹੈ, ਜੀ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਐਲਾਨ ਕਰ ਚੁੱਕੀਆਂ ਕਿ ਅਸੀਂ 7 ਦਿਨ ਦਾ ਸਮਾਂ ਦਿੰਨੇ ਆ ਭਾਈ ਕੈਪਟਨ ਅਮਰਿੰਦਰ ਸਿੰਘ ਨੂੰ, ਜੇ ਉਹ ਨਹੀਂ ਬੁਲਾਉਣਗੇ ਵਿਧਾਨ ਸਭਾ ਦਾ ਇਜਲਾਸ ਤੇ ਅਸੀਂ ਜਿੱਦਾਂ ਘਰਾਓ ਭਾਜਪਾ ਦੇ ਮੰਤਰੀਆਂ ਦਾ ਕਰਦੇ ਆ, ਭਾਜਪਾ ਦੇ ਲੀਡਰਾਂ ਦਾ ਕਰਦੇ ਆ, ਇਨ ਬਿਨ ਉਦਾਂ ਫਿਰ ਕਾਂਗਰਸੀ ਵੀ ਤਿਆਰ ਰਹਿਣ, ਉਹਨਾਂ ਦੇ ਘਰ ਦੇ ਬਾਹਰ ਵੀ ਧਰਨੇ ਲਾਉਣ ਲਈ ਅਸੀਂ ਤਿਆਰ ਆ। ਉਹੀ ਹਾਲਾਤ ਇਹਨਾਂ ਲਈ ਵੀ ਬਣਾ ਦਾਂਗੇ। ਕੈਪਟਨ ਅਮਰਿੰਦਰ ਨੇ ਕਿਹਾ ਵੀ ਸੀ ਨਾ ਉਦੋਂ ਕਿ ਮੇਰੇ ਉੱਤੇ ਦਬਾਅ ਨਾ ਬਣਾਇਆ ਜਾਵੇ, ਮੈਂ ਤੁਹਾਨੂੰ ਖੁਸ਼ ਕਰਨ ਲਈ ਕੁਝ ਨਹੀਂ ਕਰਨਾ।
ਹੁਣ ਉਹੀ ਐਲਾਨ ਸੁਖਬੀਰ ਬਾਦਲ ਹੋਰਾਂ ਨੇ ਕਰ ਦਿੱਤਾ ਕਿ 7 ਦਿਨਾਂ ਦੇ ਅੰਦਰ ਭਾਈ ਇਜਲਾਸ ਬੁਲਾਓ, ਇਹ ਸਾਰਾ ਕੁਝ ਕਰੋ, ਨਹੀਂ ਤਾਂ ਅਸੀਂ ਕੈਪਟਨ ਸਾਹਿਬ ਦੇ ਘਰ ਦਾ ਘਿਰਾਓ ਕਰਨਾ ਆ। ਇਹ ਸਾਫ਼ ਤੇ ਸਪਸ਼ਟ ਸੰਕੇਤ ਹੈ ਕਿ ਜੋ ਕੁਝ ਪਹਿਲਾਂ ਹੋ ਰਿਹਾ ਉਹਦੇ ਵਿੱਚ ਹੀ ਆਪਣਾ ਜਿਹੜਾ ਉਹ ਹਿੱਸਾ ਪਾ ਕੇ ਤੇ ਆਪਣੀ ਵਡਿਆਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਕੀਤਾ ਆ। ਹੁਣ ਧਰਨਿਆਂ ਨੂੰ ਲੈ ਕੇ ਵੀ ਅਕਾਲੀ ਦਲ ਦੇ ਕਿਸੇ ਲੀਡਰ ਨਾਲ ਕਰ ਲਓ ਕਿ 25 ਤਰੀਕ ਨੂੰ ਕੀ ਹੋਇਆ ਸੀ, ਉਹ ਕਹਿੰਦੇ ਅਸੀਂ ਬੰਦ ਕਰਕੇ ਰੱਖ ਦਿੱਤਾ ਪੂਰਾ ਪੰਜਾਬ, ਅਸੀਂ ਸੜਕਾਂ ਜਾਮ ਕਰਤੀਆਂ, ਸਾਡੇ ਧਰਨਿਆਂ 'ਚ ਲੋਕੀ ਵੱਧ ਆਏ ਹੋਏ ਸੀਗੇ, ਸਾਡੀਆਂ ਰੈਲੀਆਂ 'ਚ ਲੋਕ ਵੱਧ ਸੀਗੇ, ਕਿਸਾਨ ਵੱਧ ਸੀਗੇ, ਸਾਡੇ ਨਾਲ ਖੜੇ ਕਿਸਾਨ। ਕਾਂਗਰਸ ਕਹਿੰਦੀ ਜਿਹੜੀ ਅਸੀਂ ਟਰੈਕਟਰ ਰੈਲੀ ਕੀਤੀ ਸਾਡੇ ਨਾਲ ਕਿਸਾਨ ਵੱਧ ਸੀ। ਤੇ ਜਿਹੜੇ ਫਿਰ ਰੇਲਵੇ ਟਰੈਕ ਦੇ ਉੱਤੇ ਬੈਠੇ ਆ, ਜਿਹੜੇ ਇਹਨਾਂ ਸਿਆਸੀ ਪਾਰਟੀਆਂ ਨੂੰ ਉੱਥੇ ਬੋਲਣ ਤੱਕ ਨਹੀਂ ਦਿੰਦੇ ਧਰਨਿਆਂ ਰੈਲੀਆਂ ਦੇ ਵਿੱਚ, ਉਹ ਕਿਹੜੇ ਕਿਸਾਨ ਨੇ? ਕਿਤੇ ਉਹ ਬਾਹਰੋਂ ਆਏ ਹੋਏ ਕਿਸਾਨ ਨੇ? ਥੋੜਾ ਜਿਹਾ ਇਹ ਧਿਆਨ ਦੇਣ ਦੀ ਲੋੜ ਹੈ। ਸੋ ਸਿਆਸਤ ਲਗਾਤਾਰ ਚੱਲਦੀ ਪਈ ਹੈ ਨਾ ਸਿਆਸੀ ਪਾਰਟੀਆਂ ਦੀ। ਕੁੱਲ ਮਿਲਾ ਕੇ ਕਹਿ ਲਿਆ ਜਾਵੇ ਕਿ ਇਹ ਆਪਣੇ ਕੰਮ 'ਚ ਲੱਗੇ ਹੋਏ ਨੇ, ਪਰ ਕਿਸਾਨ ਜਥੇਬੰਦੀਆਂ ਆਪਣੇ ਉਸ ਜਿਹੜੇ ਖੇਤੀ ਵਿਰੋਧੀ ਉਹਨਾਂ ਨੂੰ ਲੱਗਦਾ ਕਿ ਇਹ ਕਾਨੂੰਨ ਨੇ ਉਹਨਾਂ ਦੇ ਵਿੱਚ ਤਰਮੀਮ ਕਰਨ ਜਾਂ ਵਾਪਸ ਲੈਣ ਦੀ ਜ਼ਿੱਦ ਦੇ ਉੱਤੇ ਅੜੀਆਂ ਹੋਈਆਂ ਨੇ। ਧਰਨੇ ਪ੍ਰਦਰਸ਼ਨ ਲਗਾਤਾਰ ਚੱਲ ਰਹੇ ਨੇ। ਅੱਜ ਦੀ ਮੀਟਿੰਗ ਦੇ ਵਿੱਚ ਤੈਅ ਹੋਵੇਗਾ ਕਿ ਰੇਲਵੇ ਟਰੈਕ ਤੋਂ ਕਿਸਾਨ ਉੱਠਣਗੇ ਜਾਂ ਨਹੀਂ ਉੱਠਣਗੇ। ਤੈਅ ਹੋਵੇਗਾ ਕਿ ਕੇਂਦਰ ਸਰਕਾਰ ਦੇ ਵਿਭਾਗ, ਖੇਤੀਬਾੜੀ ਵਿਭਾਗ ਦੇ ਨਾਲ ਗੱਲਬਾਤ ਕਰਨੀ ਹੈ ਜਾਂ ਨਹੀਂ ਕਰਨੀ। ਤੇ ਹੋ ਸਕਦਾ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੀ ਖਬਰ ਦੀ ਚਰਚਾ ਆਪਾਂ ਪਹਿਲੇ ਪਹਿਲ ਕੀਤੀ ਹੈ, ਅਸ਼ਵਨੀ ਸ਼ਰਮਾ ਦੀ ਗੱਡੀ ਦੇ ਉੱਤੇ ਹਮਲਾ ਹੋਣ ਦੀ, ਉਹਦੇ ਬਾਰੇ ਵੀ ਕਿਸਾਨ ਜਥੇਬੰਦੀਆਂ ਕੋਈ ਨਾ ਕੋਈ ਫੈਸਲਾ ਲੈਣ ਕਿ ਜੇ ਉਹ ਕਿਸਾਨ ਸੀਗੇ ਹਮਲਾ ਕਰਨ ਵਾਲੇ ਤੇ ਉਹਨਾਂ ਨੂੰ ਕਿੱਦਾਂ ਦੇ ਨਿਰਦੇਸ਼ ਦੇਣੇ ਆ, ਜੇ ਉਹ ਕਿਸਾਨ ਨਹੀਂ ਸੀਗੇ ਤੇ ਜਿਨ੍ਹਾਂ ਨੇ ਉਹ ਕੀਤਾ ਆ ਫਿਰ ਉਹਨਾਂ ਦੇ ਖਿਲਾਫ ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਆ, ਕਿੱਦਾਂ ਦੀ ਬਿਆਨਬਾਜ਼ੀ ਹੋਣੀ ਚਾਹੀਦੀ ਹੈ। ਇਹਦੇ ਬਾਰੇ ਵੀ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਮਨਦੀਪ ਜੀ ਹੋ ਸਕਦਾ ਆ ਜੀ। ਤੇ ਅੱਛਾ, ਕੇਜਰੀਵਾਲ ਹੋਣਾ ਬਾਰੇ ਤੁਸੀਂ ਜ਼ਿਕਰ ਕੀਤਾ, ਬਹੁਤ ਦਿਨਾਂ ਤੋਂ ਉਹਨਾਂ ਬਾਰੇ ਗੱਲਬਾਤ ਚੱਲ ਰਹੀ ਸੀ। ਕੇਜਰੀਵਾਲ ਹੁਣੀ ਵੀ ਇਸ ਬਾਰੇ ਕਿਉਂ ਨਹੀਂ ਹੋ ਰਿਹਾ, ਹੁਣ ਬੋਲੇ ਤਾਂ ਹੈਗੇ ਉਹ, ਪਰ ਇਹਦੇ ਵਿੱਚ ਕੋਈ ਸੰਕੇਤ ਆਇਆ ਸਾਹਮਣੇ ਕਿ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਨੇ, ਕਿ ਦਿੱਲੀ ਦੇ ਵਿੱਚ ਉਹ ਇਸ ਕਾਨੂੰਨ ਨੂੰ ਲੈ ਕੇ ਕਿਸ ਤਰ੍ਹਾਂ ਦੀ ਰਣਨੀਤੀ ਜਾਂ ਕਿਸ ਤਰ੍ਹਾਂ ਵਿਰੋਧ ਕਰਨਗੇ? ਪੰਜਾਬ ਦੇ ਲੀਡਰਾਂ ਨਾਲ ਤਾਂ ਵਿਰੋਧ ਕਰਤਾ ਉਹਨਾਂ ਨੇ, ਪਰ ਦਿੱਲੀ ਵਿੱਚ ਕੀ ਹੋ ਰਿਹਾ? ਦਿੱਲੀ ਦੇ ਵਿੱਚ ਇੱਕ ਵੱਡੀ ਸਮੱਸਿਆ ਕੇਜਰੀਵਾਲ ਦੇ ਲਈ ਇਹ ਵੀ ਹੈ ਕਿ ਸਾਰੇ ਫੈਸਲੇ ਆਪ ਥੋੜੀ ਲੈ ਸਕਦਾ ਉਹ। ਜਿੱਦਾਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਵੀ ਕਰਦੇ ਹਾਂ ਕਿ ਕਿੰਨੇ ਫੈਸਲੇ ਪੰਜਾਬ ਚਾਹੁੰਦਿਆਂ ਹੋਇਆਂ ਵੀ ਆਪ ਨਹੀਂ ਲੈ ਸਕਦਾ। ਮਜਬੂਰੀਆਂ ਨੇ ਸੰਵਿਧਾਨਕ, ਕਿਉਂਕਿ ਸੂਚੀਆਂ ਬਣੀਆਂ ਹੋਈਆਂ ਨੇ। ਕੋਈ ਕੇਂਦਰੀ ਸੂਚੀ ਹੈ ਜਿਹਦੇ ਵਿੱਚ ਫੈਸਲਾ ਸਿਰਫ ਤੇ ਸਿਰਫ ਕੇਂਦਰ ਸਰਕਾਰ ਲੈ ਸਕਦੀ ਹੈ। ਇੱਕ ਸਮਵਰਤੀ ਸੂਚੀ ਹੈ ਜਿਹਦੇ ਵਿੱਚ ਫੈਸਲਾ ਸਟੇਟ ਵੀ ਲੈ ਸਕਦੀ ਹੈ ਤੇ ਸੈਂਟਰ ਵੀ ਲੈ ਸਕਦੀ ਹੈ। ਇੱਕ ਸੂਬਿਆਂ ਨਾਲ ਸੰਬੰਧਿਤ ਸੂਚੀ ਹੈ ਜਿਹਦੇ ਵਿੱਚ ਕੇਂਦਰ ਦਖਲਅੰਦਾਜ਼ੀ ਨਹੀਂ ਕਰ ਸਕਦਾ, ਸੂਬੇ ਆਪਣੀ ਮਨਮਰਜ਼ੀ ਦੇ ਮੁਤਾਬਕ ਉਹ ਫੈਸਲੇ ਲੈ ਸਕਦੇ ਆ। ਹੁਣ ਇੱਥੇ ਕੇਜਰੀਵਾਲ ਦੀ ਸਮੱਸਿਆ ਹੈ ਕਿ ਦਿੱਲੀ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਉੱਥੇ ਐਲਜੀ ਦੇ ਨਾਲ ਪਤਾ ਨਹੀਂ ਆਪਣੇ ਅਧਿਕਾਰਾਂ ਨੂੰ ਲੈ ਕੇ ਕਿੰਨੀ ਵਾਰੀ ਰਫੜ ਪੈ ਚੁੱਕਾ ਹੈ। ਇਹ ਗੱਲ ਅਸੀਂ ਸਾਰੇ ਜਣੇ ਜਾਣਦੇ ਹਾਂ। ਸੁਪਰੀਮ ਕੋਰਟ ਤੱਕ ਮਾਮਲਾ ਜਾ ਚੁੱਕਾ ਹੈ ਕਿ ਕੌਣ ਭਾਈ ਚੁਣਿਆ ਹੋਇਆ ਮੁੱਖ ਮੰਤਰੀ ਵੱਡਾ ਆ ਜਾਂ ਉੱਥੇ ਨਿਯੁਕਤ ਕੀਤਾ ਗਿਆ ਲੈਫਟੀਨੈਂਟ ਗਵਰਨਰ ਵੱਡਾ ਆ। ਇਹ ਰੇੜਕਾ ਕਈ ਵਾਰੀ ਪੈ ਚੁੱਕਾ ਆ। ਹੁਣ ਇਹ ਸਾਰੀਆਂ ਚੀਜ਼ਾਂ ਕੇਜਰੀਵਾਲ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੀਆਂ ਆ। ਮਤਾ ਪਗਾਉਣਾ ਵਿਧਾਨ ਸਭਾ ਦੇ ਵਿੱਚ ਇਹਨਾਂ ਆਰਡੀਨੈਂਸਾਂ ਦੇ ਖਿਲਾਫ ਆਉਂਦਾ ਆ ਜਾਂ ਨਹੀਂ ਆਉਂਦਾ, ਇਹ ਇੱਕ ਵੱਖਰੀ ਚਰਚਾ ਦਾ ਵਿਸ਼ਾ ਹੋਏਗਾ। ਫਿਰ ਆਪਾਂ ਕੇਜਰੀਵਾਲ ਨੂੰ ਚੰਗਾ ਜਾਂ ਮਾੜਾ ਕਹਿ ਸਕਦੇ ਹਾਂ। ਮੈਂ ਜਿਹੜਾ ਹੈ ਸਿੱਧੇ ਰੂਪ ਦੇ ਵਿੱਚ ਕਹਿ ਦੇਵਾਂ ਕੇਜਰੀਵਾਲ ਬਹੁਤ ਮਾੜਾ ਆ ਕਿਉਂਕਿ ਉਹ ਮਤਾ ਨਹੀਂ ਲਿਆ ਰਿਹਾ, ਠੀਕ ਨਹੀਂ ਹੋਏਗਾ। ਜਾਂ ਕਹਿ ਦੇਵਾਂ ਚੰਗਾ ਆ ਕਿਉਂਕਿ ਉਹਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ, ਇਹ ਵੀ ਨਹੀਂ ਠੀਕ ਹੋਏਗਾ। ਹੁਣ ਸੰਵਿਧਾਨਕ ਤੌਰ ਤੇ ਚਰਚਾ ਕੀਤੀ ਜਾ ਸਕਦੀ ਹੈ ਕਿ ਕੀ ਉਹਦੇ ਅਧਿਕਾਰ ਖੇਤਰ 'ਚ ਇਹ ਚੀਜ਼ ਹੈਗੀ ਹੈ ਜਾਂ ਨਹੀਂ ਹੈਗੀ, ਫਿਰ ਆਪਾਂ ਉਹਦੇ ਬਾਰੇ ਕਹਿ ਸਕਦੇ। ਪਰ ਘੱਟੋ ਘੱਟ ਇੱਕ ਗੱਲ ਜ਼ਰੂਰ ਹੈ, ਜਿਹੜੀ ਲੰਬੀ ਚੁੱਪੀ ਸੀ ਨਾ ਅਰਵਿੰਦ ਕੇਜਰੀਵਾਲ ਦੀ, ਉਹਨੇ ਜ਼ਰੂਰ ਸਵਾਲ ਖੜੇ ਕੀਤੇ ਆ। ਅੱਜ ਤਾਂ ਦਿੱਲੀ ਦੇ ਵਿੱਚ ਚਲੇ ਗਏ ਆਮ ਆਦਮੀ ਪਾਰਟੀ ਦੇ ਲੀਡਰ ਉੱਥੇ ਜੰਤਰ ਮੰਤਰ ਤੇ ਧਰਨਾ ਪ੍ਰਦਰਸ਼ਨ ਕਰਨ ਲਈ, ਤੇ ਉਹਦੇ ਵਿੱਚ ਜਾ ਕੇ ਸੰਬੋਧਨ ਕਰਨ ਲੱਗੇ ਬਹੁਤ ਕੁਝ ਬੋਲਿਆ ਆ ਕਿ ਕੇਂਦਰ ਸਰਕਾਰ ਆਹ ਕਰਨਾ ਚਾਹੁੰਦੀ ਆ, ਆਹ ਕਰਨਾ ਚਾਹੁੰਦੀ ਆ। ਆ ਪਿਛਲੇ ਕਿੰਨੇ ਦਿਨਾਂ ਤੋਂ ਸੰਘਰਸ਼ ਚੱਲਦਾ ਪਿਆ, ਕੇਜਰੀਵਾਲ ਸਾਹਿਬ ਦਾ ਕੋਈ ਖੁੱਲ ਕੇ ਬਿਆਨ ਆਇਆ ਇਸ ਮਾਮਲੇ ਦੇ ਉੱਤੇ? ਮੈਂ ਨਹੀਂ ਦੇਖਿਆ ਕਿ ਕਿਤੇ ਖੁੱਲ ਕੇ ਮੁਖਾਲਫਤ ਕੀਤੀ ਹੋਵੇ ਇਹਨਾਂ ਬਿੱਲਾਂ ਦੀ, ਜਿਹੜੇ ਹੁਣ ਕਾਨੂੰਨ ਬਣ ਗਏ ਆ। ਖੁੱਲ ਕੇ ਮੁਖਾਲਫਤ ਕੇਂਦਰ ਸਰਕਾਰ ਦੀ ਇਸ ਸਭ ਨੂੰ ਲੈ ਕੇ ਕੀਤੀ ਹੋਵੇ, ਇਦਾਂ ਦੀ ਕਿਤੇ ਵੀ ਚੀਜ਼ ਨਜ਼ਰ ਨਹੀਂ ਆਈ। ਇਹ ਸਵਾਲ ਜ਼ਰੂਰ ਉਹਨਾਂ ਤੇ ਉੱਠਦਾ ਆ ਕਿ ਇੰਨੀ ਦੇਰ ਨਾਲ ਭਾਈ ਕਾਹਤੋਂ ਬੋਲੇ, ਚੁੱਪੀ ਧਾਰਨ ਕਾਹਤੋਂ ਕਰੀ ਰੱਖੀ। ਇਹ ਸਵਾਲ, ਇਹ ਪ੍ਰਸ਼ਨ ਜਿਹੜਾ ਆ ਉਹ ਕੇਜਰੀਵਾਲ ਦੇ ਸਾਹਮਣੇ ਖੜਾ ਆ, ਉਹਦਾ ਜਵਾਬ ਅਜੇ ਤੱਕ ਮਿਲਿਆ ਨਹੀਂ। ਜਵਾਬ ਦਿੰਦੇ ਨੇ ਕੇਜਰੀਵਾਲ ਹੋਰੀ ਤਾਂ ਕੀ ਦਿੰਦੇ ਨੇ, ਉਹਦੇ ਨਾਲ ਅਸੀਂ ਸੈਟੀਸਫਾਈ ਹੁੰਨੇ ਆ ਜਾਂ ਨਹੀਂ ਹੁੰਦੇ। ਖਾਸ ਤੌਰ ਤੇ ਕਿਸਾਨ, ਅਸੀਂ ਹੋਈਏ ਭਾਵੇਂ ਨਾ ਹੋਈਏ, ਮਾਫ ਕਰਨਾ, ਕਿਸਾਨ ਉਹਦੇ ਨਾਲ ਜਿਹੜਾ ਆ ਉਹ ਸੈਟੀਸਫਾਈ ਹੁੰਦੇ ਆ ਜਾਂ ਨਹੀਂ ਹੁੰਦੇ, ਇਹ ਜਿਹੜਾ ਉਹ ਵੱਡਾ ਨੁਕਤਾ ਰਹੇਗਾ। ਜੀ ਬਿਲਕੁਲ, ਇਹ ਤਾਂ ਫਿਲਹਾਲ ਹਾਲੇ ਕਿਉਂਕਿ
ਇੱਕ ਦਿਨ ਤਾਂ ਉਹ ਜ਼ਰੂਰ ਧਰਨੇ ਜਾ ਕੇ ਬੋਲਦੇ ਆ, ਪਰ ਅੱਗੇ ਆਪਦੇ ਅਧਿਕਾਰ ਖੇਤਰ ਚੋਂ ਕਿਹੜੇ ਫੈਸਲੇ ਲੈਂਦੇ ਜ਼ਰੂਰ ਇਹ ਚਰਚਾ ਦਾ ਵਿਸ਼ਾ ਰਹਿਣਗੇ, ਉੱਤੇ ਨਜ਼ਰ ਵੀ ਰਹੇਗੀ। ਖੈਰ ਜਸਵੀਰ ਜੀ, ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਅੱਜ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਨਦੀਪ ਜੀ। ਜੀ। ਸੋ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼, ਅਸੀਂ ਖਾਸ ਖਬਰਾਂ ਤੇ ਕੀਤੀ ਚਰਚਾ, ਔਰ ਇਸੇ ਤਰ੍ਹਾਂ ਅਸੀਂ ਫੇਰ ਆਵਾਂਗੇ, ਫੇਰ ਕਰਾਂਗੇ ਖਾਸ ਖਬਰਾਂ ਤੇ ਚਰਚਾ। ਉਦੋਂ ਤੱਕ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।